ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪ ਸਭ ਦੇ ਚਰਨਾਂ 'ਚ ਦਾਸ ਦੀ ਚਰਨ ਵੰਦਨਾ। ਆਪ ਸਭ ਨੇ ਦਾਸ ਦੀ ਚਰਨ ਵੰਦਨਾ ਸਵੀਕਾਰ ਕਰਨੀ। ਔਰ ਅੱਜ ਆਪਾਂ ਵਿਚਾਰ ਕਰਦੇ ਹਾਂ ਗੋਡ ਇਜ਼ ਵਨ, ਪਰਮਾਤਮਾ ਇੱਕ। ਸਾਰੇ ਜਾਣਦੇ ਨੇ ਪਰਮਾਤਮਾ ਇੱਕ ਆ, ਦੁਹਾਈ ਸਾਰੇ ਦਿੰਦੇ ਨੇ ਪਰਮਾਤਮਾ ਇੱਕ ਆ, ਪਰ ਮੰਨਦਾ ਕੋਈ ਨਹੀਂ ਹੈਗਾ। कहते हैं ना, क्या बनाने आए थे क्या बना बैठे, कहीं मंदिर बना बैठे कहीं मस्जिद बना बैठे, हमसे तो अच्छी जात है परिंदों की, कभी मंदिर में जा बैठे कभी मस्जिद पर जा बैठे। ਅਸੀਂ ਆਪਣੇ ਆਪ ਨੂੰ ਵੰਡ ਲਿਆ। ਉਹ ਤਾਂ ਇੱਕੋ ਹੀ ਸੀ, ਉਹ ਸਦਾ ਉਹਨੇ ਇੱਕੋ ਹੀ ਰਹਿਣਾ ਹੈ। ਪਰ ਅਸੀਂ ਨਹੀਂ ਸਮਝ ਪਾ ਰਹੇ ਕਿ ਉਹ ਇੱਕ ਹੈ ਕੌਣ, ਉਹਦੀ ਪਹਿਚਾਣ ਕਿੱਦਾਂ ਕਰਨੀ ਆ। ਇਹ ਜੋ ਵੀ ਇਹ ਬਾਹਰ ਧਾਰਮਿਕ ਸਥਾਨ ਨੇ, ਮੰਦਿਰ, ਮਸਜਿਦ, ਗੁਰਦੁਆਰਾ, ਚਰਚ, ਇਹ ਸਭ ਪਰਮਾਤਮਾ ਨਾਲ ਜੁੜਨ ਵਾਸਤੇ ਨੇ। ਪਰਮਾਤਮਾ ਦਾ ਰਾਸਤਾ ਦਿਖਾਉਣ ਵਾਸਤੇ ਨੇ। ਕਿੱਦਾਂ ਉਸ ਤੱਕ ਪਹੁੰਚਿਆ ਜਾ ਸਕਦਾ, ਉਹ ਦੱਸਣ ਵਾਸਤੇ ਨੇ। ਪਰ ਇਹ ਤੁਹਾਡੀ ਮੰਜ਼ਿਲ ਨਹੀਂ ਹੈਗੀ। ਕਿਉਂਕਿ ਪਰਮਾਤਮਾ ਨੇ ਆਪਣਾ ਰੂਪ ਇਨਸਾਨ ਬਣਾ ਕੇ ਇਨਸਾਨ ਦੇ ਅੰਦਰ ਹੀ ਬੈਠ ਗਿਆ, ਔਰ ਉਸ ਨੂੰ ਮਿਲਣ ਦਾ ਰਾਸਤਾ ਵੀ ਅੰਦਰ ਹੀ ਰੱਖ ਲਿਆ। ਪਰ ਸਾਡੇ ਧਰਮ ਦੇ ਠੇਕੇਦਾਰਾਂ ਨੇ, ਕੂੜ ਪ੍ਰਚਾਰ ਨੇ ਸਾਨੂੰ ਸਭ ਨੂੰ ਵੰਡ ਕੇ ਰੱਖ ਦਿੱਤਾ। ਅਸੀਂ ਸਿਰਫ ਇੱਕ ਦੂਜਿਆਂ ਦਾ ਵਿਰੋਧ ਕਰਨ ਤੱਕ ਹੀ ਰਹਿ ਗਏ। ਇੱਕ ਦੂਸਰੇ ਦੀ ਨਿੰਦਿਆ ਚੁਗਲੀ ਕਰਨ ਤੱਕ ਹੀ ਰਹਿ ਗਏ। ਇੱਕ ਦੂਸਰੇ ਨੂੰ ਛੋਟਾ ਵੱਡਾ ਦਿਖਾਉਣ ਦੇ ਚੱਕਰਾਂ 'ਚ ਰਹਿ ਗਏ। ਫਿਰ ਅਸੀਂ ਇੱਕ ਦੀ ਪਹਿਚਾਣ ਕਿੱਦਾਂ ਕਰਾਂਗੇ? ਇਹ ਸਵਾਲ ਇਹ ਸਾਰੇ ਉਦੋਂ ਖਤਮ ਹੋਣੇ ਆ ਜਦੋਂ ਅਸੀਂ ਪੂਰਨ ਮਹਾਂਪੁਰਸ਼ਾਂ ਦੇ ਸੰਗਤ ਕਰਾਂਗੇ, ਪੂਰਨ ਫਕੀਰਾਂ ਦੀ ਸੰਗਤ ਕਰਾਂਗੇ, ਉਹਨਾਂ ਦੀ ਸ਼ਰਨ ਜਾ ਕੇ ਨਾਮਦਾਨ ਲੈ ਕੇ ਗੁਰੂ ਵਾਲੇ ਬਣ ਕੇ ਜਦੋਂ ਦਾ ਅਭਿਆਸ ਕਰਾਂਗੇ, ਉਹ ਸ਼ਬਦ ਦਾ ਅਭਿਆਸ ਕਰਾਂਗੇ, ਪ੍ਰੈਕਟੀਕਲ ਕਰਾਂਗੇ, ਤਾਂ ਹੀ ਸਾਨੂੰ ਉਸ ਇੱਕ ਦੀ ਪਹਿਚਾਣ ਹੋਣੀ ਆ। ਜਦ ਤੱਕ ਅਸੀਂ ਇਹ ਤੋਂ ਉੱਪਰ ਨਹੀਂ ਪਹੁੰਚਦੇ, ਤਦ ਤੱਕ ਸਾਡੇ ਮਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਰਹਿਣੇ ਆ। ਇਹ ਤੋਂ ਉੱਪਰ ਉੱਠਾਂਗੇ ਤਾਂ ਹੀ ਸਾਡੇ ਹਰ ਸਵਾਲ ਦਾ ਜਵਾਬ ਸਾਨੂੰ ਮਿਲਣਾ ਆ। ਤੁਸੀਂ ਦੇਖਿਆ ਹੋਣਾ, ਜਿਹੜੇ ਅਭਿਆਸੀ ਨੇ, ਅਭਿਆਸ ਕਰਦੇ ਆ, ਕਈ ਸੰਤ ਮਹਾਂਪੁਰਸ਼ ਦੇਖੇ ਨੇ, ਉਹ ਭੋਰਾ ਬਣਾ ਕੇ ਬੈਠ ਜਾਂਦੇ ਨੇ, ਉਹ ਗੂੰਗੇ ਹੋ ਜਾਂਦੇ ਆ, ਕਿਸੇ ਨੂੰ ਬੋਲਦੇ ਨਹੀਂ, ਕਿਸੇ ਨਾਲ ਆਪਣਾ ਮਸਤੀ ਲੈਂਦੇ, ਆਪਣਾ ਆਨੰਦ ਲੈਂਦੇ। ਉਹ ਕਿਉਂ? ਜਦੋਂ ਉਸ ਲੈਵਲ ਤੇ ਪਹੁੰਚ ਗਏ ਤਾਂ ਉਹਨੇ ਦੇਖ ਲਿਆ ਕਿ ਇਹ ਸਭ ਕੁਝ ਤਾਂ ਇੱਕ ਹੀ ਆ। ਉਹ ਆਪ ਹੀ ਪਰਮਾਤਮਾ ਬਣ ਜਾਂਦਾ, ਉਹ ਆਪ ਹੀ ਸੇਵਕ ਬਣ ਜਾਂਦਾ। ਆਪ ਹੀ ਪਰਮਾਤਮਾ ਬਣ ਕੇ ਆਪ ਹੀ ਸੰਤ ਮਹਾਂਪੁਰਸ਼ ਬਣ ਜਾਂਦਾ, ਤੇ ਸੇਵਕ ਦੇ ਅੰਦਰ ਵੀ ਆਪ ਹੀ ਆ। ਉਹ ਸੇਵਕ ਬਣ ਕੇ ਆਪਣੀ ਸੇਵਾ ਆਪ ਹੀ ਕਰਾਈ ਜਾ ਰਿਹਾ। ਉਦੋਂ ਤੱਕ ਸਾਡੇ ਮਨ 'ਚ ਸਵਾਲ ਨਹੀਂ, ਜਦ ਤੱਕ ਅਸੀਂ ਇੱਥੇ ਤੱਕ ਹਾਂ। ਜਦੋਂ ਇੱਥੇ ਉੱਪਰ ਉੱਠਾਂਗੇ
ਫਿਰ ਸਾਡੇ ਸਵਾਲਾਂ ਨੂੰ, ਹਰ ਸਵਾਲ ਦਾ ਸਾਨੂੰ ਜਵਾਬ ਮਿਲਣਾ ਹੈ। ਉਹਦੇ ਲਈ ਕੀ ਕਰਨਾ ਪੈਣਾ? ਉਹਦੇ ਲਈ ਸਾਨੂੰ ਬੰਦਗੀ ਕਰਨੀ ਪੈਣੀ ਹੈ, ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਨਾ ਪੈਣਾ, ਨਾਮ ਸਿਮਰਨ ਦੀ ਕਮਾਈ ਇਕੱਠੀ ਕਰਨੀ ਪੈਣੀ ਹੈ। ਹੋਰ ਸੰਸਾਰ 'ਚ ਕੋਈ ਵੀ ਤਰੀਕਾ ਨਹੀਂ ਹੈ ਉਸ ਨੂੰ ਜਾਣਨ ਦਾ, ਉਸ ਤੱਕ ਪਹੁੰਚਣ ਦਾ। ਇੱਕ ਨਾਮ ਹੀ ਆ, ਭਗਤੀ ਆ, ਜਿਹੜੀ ਤੁਹਾਨੂੰ ਪ੍ਰਮਾਤਮਾ ਦੇ ਨਾਲ ਮਿਲਾ ਸਕਦੀ ਆ। ਜਦ ਤੱਕ ਸਾਡੀ ਦੇਖਣ ਵਾਲੀ ਇੱਕ ਅੱਖ ਨਹੀਂ ਹੁੰਦੀ, ਅਸੀਂ ਉਦੋਂ ਤੱਕ ਉਸ ਇੱਕ ਨੂੰ ਪਹਿਚਾਨ ਨਹੀਂ ਸਕਦੇ। ਕਹਿੰਦੇ ਨਾ, ਨਿਸ਼ਾਨਾ ਲਗਾਉਣਾ ਹੋਵੇ ਤਾਂ ਇੱਕ ਅੱਖ ਬੰਦ ਕਰਨੀ ਪੈਂਦੀ ਆ। ਜਦੋਂ ਪਾਂਡਵਾਂ ਦੇ ਗੁਰੂ ਨੇ ਉਹਨਾਂ ਨੂੰ, ਗੁਰੂ ਅਰਜਨ ਨੂੰ ਧਨੁਸ਼ ਵਿਦਿਆ ਸਿਖਾ ਰਹੇ ਸੀ, ਤਾਂ ਆਪਣੇ ਹੋਰ ਸ਼ਿਸ਼ਿਆਂ ਨੂੰ ਕਿਹਾ ਸੀ ਕਿ ਦੇਖੋ ਉੱਪਰ, ਪੇੜ ਦੇ ਉੱਪਰ ਚਿੜੀ ਬੈਠੀ ਨਜ਼ਰ ਆ ਰਹੀ ਹੈ। ਕਿਸੇ ਨੇ ਕਿਹਾ ਜੀ ਮੈਨੂੰ ਪੱਤੇ ਨਜ਼ਰ ਆ ਰਿਹਾ, ਕਿਸੇ ਨੇ ਕਿਹਾ ਕਿ ਮੈਨੂੰ ਉਹ ਚਿੜੀ ਨਜ਼ਰ ਆ ਰਹੀ ਆ। ਤੇ ਅਰਜਨ ਨੂੰ ਪੁੱਛਿਆ ਤੈਨੂੰ ਕੀ ਨਜ਼ਰ ਆ ਰਿਹਾ? ਕਹਿੰਦਾ ਸਿਰਫ ਮੈਨੂੰ ਅੱਖ ਨਜ਼ਰ ਆ ਰਹੀ ਆ। ਨਿਸ਼ਾਨਾ ਹੁਣ ਇੱਕ ਤੇ ਰੱਖਿਆ, ਸਿਰਫ ਅੱਖ ਤੇ ਰੱਖਿਆ, ਸੱਜੇ ਖੱਬੇ ਉਹਦਾ ਧਿਆਨ ਨਹੀਂ ਕਿਤੇ ਗਿਆ। ਉਹਨੇ ਸਿੱਧਾ ਨਿਸ਼ਾਨਾ ਲਗਾਇਆ, ਉਹ ਨਿਸ਼ਾਨਾ ਲੱਗ ਗਿਆ। ਇਸੇ ਤਰ੍ਹਾਂ ਪ੍ਰਭੂ ਦੇ ਰਾਸਤੇ ਚੱਲਦੇ ਹੋਏ ਸਾਨੂੰ ਜਦੋਂ ਅਸੀਂ ਅਭਿਆਸ ਕਰਨਾ, ਨਿਸ਼ਾਨਾ ਸਾਡਾ ਇੱਕ ਹੋਣਾ ਚਾਹੀਦਾ। ਸਾਨੂੰ ਸੱਜੇ ਨਹੀਂ ਦੇਖਣਾ ਪੈਣਾ, ਖੱਬੇ ਨਹੀਂ ਦੇਖਣਾ ਚਾਹੀਦਾ, ਸੱਜੇ ਨਹੀਂ ਦੇਖਣਾ ਚਾਹੀਦਾ, ਬਿਲਕੁਲ ਸਿੱਧਾ। ਫਿਰ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ। ਪਰਮਾਤਮਾ ਨੇ ਕਦੇ ਆਪਣਾ ਨਾਮ ਨਹੀਂ ਬਦਲਿਆ, ਉਹਦਾ ਨਾਮ ਉਹੀ ਆ। ਪਰ ਅਸੀਂ ਆਪਣੇ ਸਵਾਰਥ ਲਈ, ਆਪਣੇ ਲਾਲਚ ਲਈ, ਆਪਣੀ ਜ਼ਰੂਰਤਾਂ ਦੇ ਲਈ ਕਈ ਮੰਦਰ ਮਸਜਿਦ ਬਦਲਤੇ, ਕਈ ਮੰਦਰ ਬਦਲਤੇ, ਕਈ ਧਾਰਮਿਕ ਸਥਾਨ ਬਦਲਤੇ। ਅੱਜ ਜਿੱਥੇ ਗੱਲ ਨਹੀਂ ਬਣਨੀ, ਕੱਲ ਉੱਥੇ ਨਹੀਂ ਗੱਲ, ਦੂਜਾ ਪ੍ਰਮਾਤਮਾ। ਉਹ ਤਾਂ ਹੈ ਹੀ ਇੱਕ, ਉਹਨੇ ਆਪਣੇ ਆਪ ਨੂੰ ਬਦਲ ਲਿਆ। ਪਰ ਅਸੀਂ ਆਪਣੀ ਜ਼ਰੂਰਤਾਂ ਲਈ ਕਈ ਮੰਦਰ, ਕਈ ਮਸਜਿਦ, ਕਈ ਗੁਰਦੁਆਰੇ ਬਦਲਤੇ। ਇਹ ਇਨਸਾਨ ਆਪਣੇ ਆਪ ਨੂੰ ਜਾਣ, ਆਪਣੇ ਆਪ ਨੂੰ ਪਹਿਚਾਣ। ਤਾਂ ਹੀ ਸੰਤ ਮਹਾਂਪੁਰਸ਼ ਫਕੀਰ ਕਹਿੰਦੇ ਆ ਕਿ ਬੇਟੇ ਸਤਸੰਗ ਆਇਆ ਕਰੋ, ਸਤਸੰਗ ਸੁਣਿਆ ਕਰੋ। ਜਿੱਥੇ ਕੀਰਤਨ ਹੁੰਦਾ ਕੀਰਤਨ ਸੁਣਿਆ ਕਰੋ, ਕਿਸੇ ਕਥਾ ਵਿਚਾਰ ਹੁੰਦੀ, ਪ੍ਰਭੂ ਦੀ ਮਹਿਮਾ ਹੁੰਦੀ ਆ, ਉੱਥੇ ਜਾ ਕੇ ਬੈਠਿਆ ਕਰੋ, ਸੰਗਤ ਕਰਿਆ ਕਰੋ। ਸੰਗਤ ਕਰਨ ਨਾਲ ਹੀ ਤਰਨਾ। ਅਸੀਂ ਸੰਗ ਤਾਂ ਕਰਨਾ ਹੀ ਪੈਣਾ। ਚੋਰਾਂ ਦੀ ਸੰਗਤ ਕਰਾਂਗੇ ਤਾਂ ਚੋਰ ਬਣ ਜਾਾਂਗੇ, ਡਾਕਟਰ ਦੀ ਸੰਗਤ ਕਰਾਂਗੇ ਡਾਕਟਰ ਬਣ ਜਾਾਂਗੇ, ਜੇ ਵਕੀਲਾਂ ਦੀ ਸੰਗਤ ਕਰਾਂ ਵਕੀਲ ਬਣ ਜਾਾਂਗੇ, ਸੰਤਾਂ ਮਹਾਂਪੁਰਖ ਸੰਗਤ ਕਰਾਂਗੇ ਸੰਤ ਬਣ ਜਾਵਾਂਗੇ, ਗੁਰਮੁਖ ਬਣ ਜਾਵਾਂਗੇ। ਸਾਨੂੰ ਆਪਣੇ ਆਪ ਨੂੰ ਬਦਲਣਾ ਪੈਣਾ। ਜਦ ਤੱਕ ਅਸੀਂ ਆਪਣੇ ਆਪ ਨੂੰ ਬਦਲਦੇ, ਤਦ ਤੱਕ ਬਾਹਰ ਵੀ ਕੁਝ ਬਦਲਣ ਵਾਲਾ ਨਹੀਂ ਹੈਗਾ। ਅਸੀਂ ਆਪਣੀ ਅੱਖ ਇੱਕ ਕਰਨੀ ਆ। ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ। ਰਾਮ ਵੀ ਉਹੀ ਆ, ਕ੍ਰਿਸ਼ਨ ਵੀ ਉਹੀ ਆ, ਨਾਨਕ ਵੀ ਉਹੀ ਆ, ਗੋਬਿੰਦ ਵੀ ਉਹੀ ਆ, ਉਹ ਤਾਂ ਇੱਕੋ ਹੀ ਆ। ਅਸੀਂ ਲੋਕ, ਮਨਮੁਖ ਲੋਕ, ਅਸੀਂ ਉਸ ਨੂੰ ਇੱਕ ਨੂੰ ਸਮਝ ਨਹੀਂ ਪਾ ਰਹੇ, ਜਿਹਦੇ ਕਾਰਨ ਅਸੀਂ ਉਲਝੇ ਹੋਏ ਹਾਂ, ਨੀਚੇ ਹੀ ਘੁੰਮੀ ਜਾ ਰਹੇ ਹਾਂ। ਮੇਰਾ ਰੱਬ ਸੱਚਾ, ਉਹਦਾ ਰੱਬ ਝੂਠਾ। ਜੋ ਅਸੀਂ ਕਹਿ ਰਹੇ ਹਾਂ ਸਹੀ ਆ, ਦੂਜਾ ਕਹਿ ਰਿਹਾ ਗਲਤ ਆ। ਬਸ ਇਹੀ ਚੀਜ਼ਾਂ ਵਿੱਚ ਅਸੀਂ ਉਲਝੇ ਹੋਏ ਹਾਂ, ਜਿਸ ਕਾਰਨ ਅਸੀਂ ਸੱਚ ਦੀ ਪਹਿਚਾਣ ਨਹੀਂ ਕਰ ਪਾਉਂਦੇ। ਸੰਤ ਮਹਾਂਪੁਰਸ਼ ਫਕੀਰ ਸਾਨੂੰ ਹਮੇਸ਼ਾ ਇੱਕੋ ਗੱਲ ਕਹਿੰਦੇ, ਬੇਟੇ ਸਿਮਰਨ ਕਰੋ, ਬੰਦਗੀ ਕਰੋ। ਇੱਥੇ ਆ ਜਾਓ, ਇਕਾਗਰ ਹੋ ਕੇ ਬਹਿ ਜਾਓ, ਬਿਲਕੁਲ ਸ਼ਾਂਤ ਹੋ ਕੇ ਬੈਠ ਜਾਓ, ਬਿਲਕੁਲ ਸਰਲ ਹੋ ਜਾਓ।
ਖਾਲੀ ਭਾਂਡੇ ਹੋ ਜਾਓ ਬਿਲਕੁਲ। ਸਵਾਲ ਆਪਣੇ ਮਨਾਂ ਦੇ ਖਤਮ ਕਰ ਦਿਓ। ਤੁਹਾਡੇ ਮਨ ਦੇ ਵਿੱਚ, ਦਿਲੋਂ ਦਿਮਾਗ ਦੇ ਵਿੱਚ ਕੋਈ ਸਵਾਲ ਨਹੀਂ ਹੋਰ ਹੋਣਾ ਚਾਹੀਦਾ, ਕੋਈ ਇੱਛਾ ਨਹੀਂ ਹੋਣੀ ਚਾਹੀਦੀ, ਕੋਈ ਸਵਾਰਥ ਨਹੀਂ ਹੋਣਾ ਚਾਹੀਦਾ, ਕੋਈ ਲਾਲਚ ਨਹੀਂ ਹੋਣਾ ਚਾਹੀਦਾ। ਤਾਂ ਤੁਸੀਂ ਇਸ ਸਫ਼ਰ ਤੇ ਚੱਲ ਸਕਦੇ ਹੋ ਔਰ ਉਸ ਇੱਕ ਦੀ ਪਹਿਚਾਣ ਕਰ ਸਕਦੇ ਹੋ। ਤੁਸੀਂ ਜਿਸ ਵੀ ਭਾਵਨਾ ਨਾਲ ਉਸ ਪਰਮਾਤਮਾ ਨੂੰ, ਉਸ ਰੱਬ ਨੂੰ ਯਾਦ ਕਰੋਗੇ, ਉਹਨੇ ਉਸੇ ਰੂਪ ਦੇ ਵਿੱਚ ਤੁਹਾਨੂੰ ਦਰਸ਼ਨ ਦੇਣੇ ਆ। ਪ੍ਰਕਾਸ਼ ਤਾਂ ਇੱਕੋ ਹੀ ਆ। ਉਹ ਬੱਲਬ ਵਿੱਚ ਵੀ ਉਹੀ ਪ੍ਰਕਾਸ਼ ਆ, ਟਿਊਬ ਦੇ ਵਿੱਚ ਵੀ ਉਹੀ ਪ੍ਰਕਾਸ਼ ਆ, ਲੜੀਆਂ ਲਗਾਨੇ ਉਹਦੇ ਵਿੱਚ ਵੀ ਉਹੀ ਪ੍ਰਕਾਸ਼ ਆ। ਹੈ ਤਾਂ ਪ੍ਰਕਾਸ਼ ਹੀ ਆ। ਇਸੇ ਤਰ੍ਹਾਂ ਉਹ ਇੱਕੋ ਹੀ ਪਰਮਾਤਮਾ, ਇੱਕੋ ਹੀ ਪਿਤਾ ਪਰਮੇਸ਼ਰ ਆ। ਹੋਈ ਸਮੇਂ ਸਮੇਂ ਨਾਲ ਸੰਸਾਰ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸਨੇ ਆਂਦੇ ਹੀ ਰਹਿਣਾ। ਜੋ ਸਤਯੁਗ ਸੀ ਉਦੋਂ ਵੀ ਪਰਮਾਤਮਾ ਸੀ, ਉਦੋਂ ਵੀ ਇਹ ਸੰਸਾਰ ਚੱਲਦਾ ਪਿਆ ਸੀ। ਤ੍ਰੇਤਾ ਯੁੱਗ ਆ ਗਿਆ, ਉਦੋਂ ਵੀ ਪਰਮਾਤਮਾ ਸੀ, ਲੋਕੀ ਜੰਮਦੇ ਸੀ, ਮਰਦੇ ਸੀ, ਉਦੋਂ ਵੀ ਛਲ ਕਪਟ ਸੀ, ਉਦੋਂ ਵੀ ਪਰਮਾਤਮਾ ਚਲਾ ਰਿਹਾ ਸੀ। ਦੁਆਪਰ ਯੁੱਗ ਆ ਗਿਆ, ਉਦੋਂ ਵੀ ਪਰਮਾਤਮਾ ਸੀ, ਉਦੋਂ ਵੀ ਲੜਾਈ ਝਗੜੇ ਸੀ, ਉਦੋਂ ਵੀ ਲੋਕ ਜੰਮਦੇ ਮਰਦੇ ਸੀ। ਕਲਯੁਗ ਆਇਆ, ਹੁਣ ਕਲਯੁਗ ਚੱਲਦਾ ਪਿਆ, ਇਹਦੇ ਵਿੱਚ ਵੀ ਪਰਮਾਤਮਾ ਆ। ਪਰਮਾਤਮਾ ਤਾਂ ਸਦਾ ਸਦਾ ਹੀ ਆ। ਅਸੀਂ ਬਦਲ ਜਾਣਾ, ਉਹਨੇ ਨਹੀਂ ਬਦਲਣਾ। ਅਸੀਂ ਬਦਲ ਜਾਣਾ, ਉਹਨੇ ਨਹੀਂ ਬਦਲਣਾ। ਜਦ ਤੱਕ ਅਸੀਂ ਆਪਣਾ ਭਾਂਡਾ ਖਾਲੀ ਨਹੀਂ ਕਰਦੇ, ਜਦੋਂ ਅਸੀਂ ਕੋਈ ਦੁਕਾਨ ਦੇ ਕੋਈ ਚੀਜ਼ ਲੈਣੀ ਜਾਣਾ ਹੋਵੇ ਜਾਂ ਦੁੱਧ ਲੈਣ ਜਾਣਾ ਹੋਵੇ, ਤਾਂ ਆਪਣਾ ਡੱਲੂ ਜਿਹੜਾ ਹੁੰਦਾ ਆ, ਭਾਂਡਾ ਜਿਹੜਾ ਹੁੰਦਾ, ਬਿਲਕੁਲ ਖਾਲੀ ਹੋਣਾ ਚਾਹੀਦਾ। ਤਾਂ ਹੀ ਦੁਕਾਨਦਾਰ ਉਹਦੇ ਵਿੱਚ ਦੁੱਧ ਜਾਂ ਕੋਈ ਚੀਜ਼ ਪਾਉਂਦਾ। ਠੀਕ ਹੈ। ਇਸੇ ਤਰ੍ਹਾਂ ਅਸੀਂ ਆਪਣੇ ਆਪ ਸਵਾਲਾਂ ਨਾਲ ਭਰੇ ਹੋਏ ਆ, ਆਪਣੇ ਆਪ ਨੂੰ ਈਰਖਾ ਨਾਲ, ਲਾਲਚ ਨਾਲ, ਲੋਭ ਨਾਲ ਆਪਣੇ ਆਪ ਨੂੰ ਭਰਿਆ ਹੋਇਆ, ਤਾਂ ਉਹਦੇ ਵਿੱਚ ਪਰਮਾਤਮਾ ਕੀ ਪਾਵੇਗਾ? ਜਦ ਤੱਕ ਅਸੀਂ ਆਪਣੇ ਆਪ ਨੂੰ ਖਾਲੀ ਨਹੀਂ ਕਰਦੇ, ਆਪਣੇ ਸਵਾਲ ਖਤਮ ਨਹੀਂ ਕਰਦੇ, ਤਦ ਤੱਕ ਅਸੀਂ ਉਸ ਇੱਕ ਦੀ ਪਹਿਚਾਣ ਨਹੀਂ ਕਰ ਸਕਦੇ। ਇਸ ਕਰਕੇ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ, ਸੰਤਾਂ, ਮਹਾਂਪੁਰਸ਼ਾਂ, ਫਕੀਰਾਂ ਦੀ ਸੰਗਤ ਕਰਿਆ ਕਰੋ, ਸਾਸਨ ਸੁਣਿਆ ਕਰੋ, ਕੀਰਤਨ ਸੁਣਿਆ ਕਰੋ, ਕਥਾ ਸੁਣਿਆ ਕਰੋ। ਸੰਗਤ ਕਰਨੀ ਪੈਣੀ ਹੈ, ਤਾਂ ਹੀ ਰੰਗਤ ਚੜ੍ਹਨੀ ਤੁਹਾਡੇ ਤੇ, ਤਾਂ ਹੀ ਉਹ ਰੰਗ ਚੜ੍ਹਨਾ। ਸੰਤਾਂ ਮਹਾਂਪੁਰਸ਼ਾਂ ਕੋਲੋਂ ਨਾਮ ਦੀ ਯੁਕਤੀ ਲੈ ਕੇ ਉਹ ਅਭਿਆਸ ਕਰੋ। ਫਿਰ ਸੱਜੇ ਖੱਬੇ ਦੇਖਣ ਦੀ ਲੋੜ ਨਹੀਂ ਹੈਗੀ। ਬਸ ਸਿੱਧਾ ਇੱਕ ਜਗ੍ਹਾ ਨਿਸ਼ਾਨਾ ਰੱਖੋ, ਦੋਵਾਂ ਇੱਕ ਅੱਖਾਂ ਦੇ ਵਿਚਕਾਰ, ਦੋਵਾਂ ਅੱਖਾਂ ਦੀ ਇੱਕ ਅੱਖ ਬਣਾ ਲਓ। ਫਿਰ ਤੁਸੀਂ ਉਸ ਇੱਕ ਨੂੰ, ਉਸ ਅੱਲਾ ਨੂੰ, ਉਸ ਵਾਹਿਗੁਰੂ ਨੂੰ, ਉਸ ਰਾਮ ਨੂੰ, ਉਸ ਸ਼ਾਮ ਨੂੰ ਦੇਖ ਸਕਦੇ ਹੋ। ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦੇ ਤੁਹਾਨੂੰ, ਬੜੀ ਪੁਰਾਣੀ ਕਹਾਣੀ ਆ। ਇੱਕ ਪਰਿਵਾਰ ਦੇ ਵਿੱਚ ਰਜੇਸ਼ ਨਾਮ ਦਾ ਮੁੰਡਾ ਸੀ। ਉਹ ਬੜਾ ਹੀ ਖਾਂਦਾ ਹੁੰਦਾ ਸੀ। ਉਹ ਖਾਂਦਾ ਹੀ ਰਹਿੰਦਾ ਸੀ 24 ਘੰਟੇ, ਕਦੇ ਆਹ ਖਾ ਲਿਆ, ਕਦੇ ਉਹ ਖਾ ਲਿਆ। ਉਹ ਘਰ ਦੇ ਵੀ ਉਹ ਤੋਂ ਪਰੇਸ਼ਾਨ ਬਹੁਤ ਹੋ ਗਏ ਕਿ ਇਹ ਘਰ ਦਾ ਕੋਈ ਰਾਸ਼ਨ ਛੱਡਦਾ ਹੀ ਨਹੀਂ, ਕਦੇ ਆਹ ਖਾ ਲਿਆ, ਕਦੇ ਉਹ ਖਾ ਲਿਆ। ਹਾਰ ਕੇ ਘਰਦਿਆਂ ਨੇ ਦੁਖੀ ਹੋ ਕੇ ਉਸ ਆਪਣੇ ਮੁੰਡੇ ਨੂੰ ਘਰੋਂ ਬਾਹਰ ਕੱਢ ਦਿੱਤਾ। ਮੁੰਡਾ ਜਦੋਂ ਘਰੋਂ ਬਾਹਰ ਗਿਆ ਤਾਂ ਉਹਨੇ ਦੇਖਿਆ ਕਿ ਇੱਕ ਸਾਧੂਆਂ ਦਾ ਟੋਲਾ ਆ ਰਿਹਾ। ਉਹ ਸਾਧੂ ਮਹਾਰਾਜ ਨੂੰ ਕਿਹਾ, ਮਹਾਰਾਜ ਕਿ ਮੈਨੂੰ ਵੀ ਆਪਣੀ ਸ਼ਰਨ ਵਿੱਚ ਲੈ ਲਓ। ਉਸ ਲੜਕੇ ਨੇ
ਉਸ ਰਜੇਸ਼ ਨੇ ਉਹਨਾਂ ਵੱਲ ਦੇਖਿਆ ਕਿ ਸਾਧੂ ਸੰਤ ਬੜੇ ਰੰਗ ਉਹਨਾਂ ਦਾ ਲਾਲ ਆ, ਬਿਲਕੁਲ ਸੋਹਣੇ ਸੁਨੱਖੇ ਆ, ਸੋਹਣੇ ਸੋਹਣੇ ਬਾਣੇ ਪਾਏ ਆ। ਕਿਉਂ ਨਾ ਇਹਨਾਂ ਦੀ ਸੰਗਤ ਕਰਕੇ, ਸੰਗਤ ਕਰਾਂਗੇ ਤਾਂ ਕੁਛ ਨਾ ਕੁਛ ਖਾਣ ਨੂੰ ਮਿਲ ਜਾਇਆ ਕਰੂੰਗਾ, ਨਾਲੇ ਕੋਈ ਕੰਮਕਾਰ ਨਹੀਂ ਕਰਦੇ। ਤਾਂ ਉਹਨਾਂ ਨੇ, ਉਸ ਲੜਕੇ ਨੇ ਸਾਧੂ ਨੂੰ ਕਿਹਾ, ਮਹਾਰਾਜ ਮੈਨੂੰ ਆਪਣੀ ਸ਼ਰਨ ਵਿੱਚ ਲੈ ਲਓ ਕਿ ਮੈਂ ਤੁਹਾਡੇ ਕੋਲ ਰਹਿਣਾ ਚਾਹੁੰਦਾ। ਤਾਂ ਸਾਧੂ ਨੇ, ਮਹਾਤਮਾ ਨੇ ਕਿਹਾ ਕਿ ਬਈ ਠੀਕ ਆ, ਤੈਨੂੰ ਇੱਕ ਕੰਮ ਕਰਨਾ ਪੈਣਾ, ਤਾਂ ਅਸੀਂ ਤੈਨੂੰ ਆਪਣੇ ਨਾਲ ਰੱਖਾਂਗੇ। ਕਹਿੰਦੇ ਦੱਸੋ? ਕਹਿੰਦੇ ਤੈਨੂੰ ਨਾਮ ਜਪਣਾ ਪੈਣਾ, ਭਗਤੀ ਕਰਨੀ ਪੈਣੀ ਆ। ਜੇ ਤੂੰ ਸਿਮਰਨ ਕਰੇਗਾ, ਭਗਤੀ ਕਰੇਗਾ, ਤੈਨੂੰ ਤਾਂ ਅਸੀਂ ਨਾਲ ਰੱਖਣਾ ਹੈ। ਬੋਲ ਮਨਜ਼ੂਰ ਆ? ਕਹਿੰਦਾ ਹਾਂਜੀ ਮੈਨੂੰ ਮਨਜ਼ੂਰ ਆ ਜੀ, ਮੈਂ ਭਗਤੀ ਕਰੂੰਗਾ, ਪਰ ਮੈਨੂੰ ਖਾਣ ਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ। ਸਾਧੂ ਕਹਿੰਦੇ ਕੋਈ ਨਹੀਂ, ਚੱਲ ਠੀਕ ਆ, ਤੂੰ ਆ ਜਾ। ਉਹ ਸਾਧੂਆਂ ਦੀ ਸ਼ਰਨ ਵਿੱਚ ਚੱਲ ਗਿਆ ਤੇ ਉਹਦੀ ਡਿਊਟੀ ਲਗਾ ਦਿੱਤੀ ਕਿ ਤੂੰ ਭੋਲੇਨਾਥ ਦੀ ਸੇਵਾ ਕਰਨੀ ਹੈ, ਭੋਲੇਨਾਥ ਦੀ ਭਗਤੀ ਕਰਨੀ ਆ, ਰੋਜ਼ ਓਮ ਨਮः ਸ਼ਿਵਾय ਜਾਪ ਕਰਨਾ ਹੈ, ਤੈਨੂੰ ਕੁਛ ਨਾ ਕੁਛ ਖਾਣ ਨੂੰ ਮਿਲਿਆ ਕਰੇਗਾ। ਫਿਰ ਉਸ ਲੜਕੇ ਨੇ, ਰਜੇਸ਼ ਨੇ, ਭੋਲੇਨਾਥ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕੁਛ ਵੀ ਚੜਾਵਾ ਆਇਆ ਕਰੇ, ਖਾਣ ਪੀਣ ਦਾ ਸਮਾਨ ਆਇਆ ਕਰੇ, ਖਾ ਪੀ ਲਿਆ ਕਿ ਆਪਣਾ ਪੇਟ ਪੂਜਾ ਜਾਰੀ ਰੱਖੀ ਉਹਨੇ, ਪਰ ਨਾਲ ਨਾਲ ਉਹ ਭਗਤੀ ਵੀ ਕਰਦਾ ਰਿਹਾ। ਇੱਕ ਦਿਨ ਕੀ ਹੋਇਆ, ਏਕਾਦਸ਼ੀ ਦਾ ਵਰਤ ਆ ਗਿਆ। ਜਦੋਂ ਵਰਤ ਦਾ ਦਿਨ ਆਇਆ ਤੇ ਉਹ ਆਪਣੀ ਧੂਪ ਬੱਤੀ ਕਰਕੇ ਪ੍ਰਭੂ ਦੇ ਚਰਨਾਂ 'ਚ ਬੈਠਿਆ ਤਾਂ ਉਡੀਕਦਾ ਰਿਹਾ ਕੁਛ ਖਾਣ ਨੂੰ ਆਊਗਾ। ਸਵੇਰ ਤੋਂ ਹੋ ਕੇ ਦੁਪਹਿਰ ਹੋ ਗਈ। ਉਹਨੇ ਗੁਰੂ ਜੀ ਨਾਲ ਗੱਲ, ਗੁਰੂ ਜੀ ਅੱਜ ਸਵੇਰ ਦਾ ਕੁਝ ਖਾਣ ਨੂੰ ਨਹੀਂ ਦਿੱਤਾ, ਨਾ ਖਾਣ ਨੂੰ ਆਇਆ, ਕੀ ਗੱਲ ਹੋ ਗਈ ਅੱਜ? ਕਹਿੰਦੇ ਅੱਜ ਤੈਨੂੰ ਪਤਾ ਨਹੀਂ, ਅੱਜ ਏਕਾਦਸ਼ੀ ਦਾ ਵਰਤ ਹੈਗਾ, ਉਸ ਦਿਨ ਅਸੀਂ ਕੁਝ ਖਾਂਦੇ ਨਹੀਂ ਹੈਗੇ, ਤੇ ਇਸ ਕਰਕੇ ਤੂੰ ਵੀ ਕੁਝ ਖਾ ਨਾ। ਕਹਿੰਦਾ ਮਹਾਰਾਜ ਮੈਂ ਖਾਏ ਬਿਨਾਂ ਨਹੀਂ ਰਹਿੰਦਾ, ਮੈਨੂੰ ਕੁਛ ਨਾ ਕੁਝ ਖਾਣ ਨੂੰ ਚਾਹੀਦਾ, ਨਹੀਂ ਤਾਂ ਮੈਂ ਤਾਂ ਮਰ ਜਾਊਂਗਾ। ਤਾਂ ਮਹਾਰਾਜ ਨੇ ਉਹਦੇ ਵੱਲ ਦੇਖ ਕੇ ਤਰਸ ਆ ਗਿਆ ਤੇ ਉਸ ਨੂੰ ਖਾਣਾ ਦੇਤਾ, ਕੁਛ ਲੱਕੜਾਂ ਦੇਤੀਆਂ, ਕੋਈ ਰਾਸ਼ਨ ਦੇਤਾ, ਤੇ ਉਹਨੂੰ ਕਿਹਾ ਤੂੰ ਫਲਾਨੀ ਜਗ੍ਹਾ ਜਾ ਕੇ, ਬਾਹਰ ਨਦੀ ਦੇ ਕੰਢੇ ਜਾ ਕੇ ਉੱਥੇ ਬਣਾ ਲਈ ਤੇ ਪਹਿਲਾਂ ਭੋਗ ਭੋਲੇਨਾਥ ਨੂੰ ਲਗਾ ਕੇ ਫਿਰ ਤੂੰ ਖਾਣਾ, ਕਿ ਪ੍ਰਭੂ ਨੂੰ ਭੋਗ ਲਗਾ ਕੇ ਫਿਰ ਤੂੰ ਖਾਣਾ ਖਾਈ, ਉਸ ਤੋਂ ਪਹਿਲਾਂ ਭੋਜਨ ਨਾ ਖਾਈ। ਤੇ ਉਹ ਲੜਕਾ ਰਜੇਸ਼ ਨਦੀ ਦੇ ਕੰਢੇ ਜਾ ਕੇ ਬੈਠ ਗਿਆ, ਅੱਗ ਬਾਲ ਲਈ, ਭੋਜਨ ਤਿਆਰ ਕਰ ਲਿਆ। ਜਦੋਂ ਭੋਜਨ ਤਿਆਰ ਕਰ ਲਿਆ ਤੇ ਪ੍ਰਭੂ ਦਾ ਸਿਮਰਨ ਕਰਨ ਲੱਗਾ। ਪ੍ਰਭੂ ਨੂੰ ਆਵਾਜ਼ ਮਾਰਿਆ ਕਿ ਆਓ ਪ੍ਰਭੂ, ਭੋਗ ਲਾਓ, ਆਪ ਜੀ ਲਈ ਭੋਜਨ ਤਿਆਰ ਹੈ, ਆ ਕੇ ਭੋਗ ਲਗਾਓ ਔਰ ਮੈਨੂੰ ਵੀ ਖਾਣ ਦੀ ਆਗਿਆ ਦਿਓ। ਤਾਂ ਪ੍ਰਭੂ ਭੋਲੇਨਾਥ ਪ੍ਰਗਟ ਹੋ ਗਏ। ਜੋ ਪ੍ਰਗਟ ਹੋ ਗਏ, ਉਹਨਾਂ ਨੇ, ਭੋਲੇਨਾਥ ਨੇ ਸਾਰਾ ਹੀ ਭੋਜਨ ਖਾ ਲਿਆ ਤੇ ਇੱਕ ਛੋਟਾ ਜਿਹਾ, ਥੋੜਾ ਜਿਹਾ ਉਹਦੇ ਲਈ ਛੱਡ ਦਿੱਤਾ ਕਿ ਆਲਾ ਬਾਕੀ ਤੂੰ ਖਾ ਲਾ ਵੀ। ਉਹ ਬੜਾ ਪਰੇਸ਼ਾਨ ਹੋਇਆ ਕਿ ਸਾਰਾ ਭੋਜਨ ਤਾਂ ਭੋਲੇਨਾਥ ਹੀ ਖਾ ਗਏ, ਕਿ ਮੈਨੂੰ ਥੋੜਾ ਜਿਹਾ ਦੇਤਾ ਪ੍ਰਸ਼ਾਦ ਦੇ ਤੌਰ ਤੇ ਖਾਣ ਲਈ, ਵੀ ਇਹ ਤਾਂ ਗੱਲ ਮਾੜੀ ਆ। ਤੇ ਥੋੜੇ ਦਿਨ ਹੋਏ, ਫਿਰ ਵਰਤ ਆ ਗਿਆ। ਫਿਰ ਉਹਨਾਂ ਨੇ ਗੁਰੂ ਜੀ ਨੇ ਕਿਹਾ, ਗੁਰੂ ਜੀ ਤੁਸੀਂ ਮੈਨੂੰ ਭੋਜਨ ਥੋੜਾ ਜ਼ਿਆਦਾ ਦਿਓ, ਤੁਸੀਂ ਤਾਂ ਮੈਨੂੰ ਇਕੱਲੇ ਦਾ ਭੋਜਨ ਦਿੱਤਾ ਸੀ, ਅਸੀਂ ਤਾਂ ਦੋ ਹੋ ਗਏ, ਤੇ ਇਸ ਕਰਕੇ 2 ਜਣਿਆਂ ਦਾ ਮੈਨੂੰ ਭੋਜਨ ਦੇ ਦਿਓ। ਤੇ ਸਾਧੂ ਨੇ ਉਸ ਨੂੰ 2 ਜਣਿਆਂ ਦਾ ਭੋਜਨ ਦੇਤਾ, ਰਾਸ਼ਨ ਪਾਣੀ ਦੇਤਾ। ਫਿਰ ਉਸ ਭਗਤ ਨੇ ਭੋਜਨ ਬਣਾਇਆ, ਫਿਰ ਪ੍ਰਭੂ ਨੂੰ ਯਾਦ ਕੀਤਾ, ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਕਿ ਪ੍ਰਭੂ ਆਓ, ਭੋਗ ਲਾਓ, ਪ੍ਰਸ਼ਾਦਾ ਭੋਜਨ ਤਿਆਰ ਹੈ। ਫਿਰ ਪ੍ਰਭੂ ਆਏ, ਪ੍ਰਭੂ ਦੇ ਨਾਲ ਪਾਰਵਤੀ ਮਾਤਾ ਆ ਗਈ। ਫਿਰ ਦੋਨਾਂ ਨੇ ਭੋਜਨ ਛਕਿਆ, ਉਹਦੇ ਲਈ ਫੇਰ ਥੋੜਾ ਜਿਹਾ ਛੱਡਤਾ ਪ੍ਰਸ਼ਾਦ ਦੇ ਤੌਰ ਤੇ। ਕਹਿੰਦਾ ਇਹ ਤਾਂ ਬਾਈ ਗੱਲ ਮਾੜੀ ਆ,
ਕਿ ਮੈਨੂੰ ਤਾਂ ਕੁਝ ਬਚਦਾ ਹੀ ਨਹੀਂ, ਸਾਰਾ ਤੇ ਇਹ ਖਾ ਜਾਂਦੇ ਆ। ਅਗਲੀ ਵਾਰ ਜਦੋਂ ਫੇਰ ਵਰਤ ਦਾ ਦਿਨ ਆਇਆ ਤਾਂ ਉਹਨਾਂ ਨੇ ਮਹਾਰਾਜ ਨੂੰ ਕਿਹਾ ਕਿ ਸਾਧੂ ਮਹਾਰਾਜ ਮੇਰਾ ਰਾਸ਼ਨ ਥੋੜਾ ਵਧਾਓ। ਉੱਥੇ 2 ਜਣੇ ਹੋਰ ਆਂਦੇ ਨੇ, 3 ਜਣੇ ਦਾ ਭੋਜਨ ਮੈਨੂੰ ਚਾਹੀਦਾ ਕਿ ਮੈਨੂੰ ਤਾਂ ਕੁਝ ਖਾਣ ਨੂੰ ਮਿਲਦਾ ਹੀ ਨਹੀਂ, ਸਾਰਾ ਤਾਂ ਪ੍ਰਭੂ ਹੀ ਭੋਲੇਨਾਥ ਹੀ ਖਾ ਜਾਂਦੇ ਆ। ਪਹਿਲਾਂ ਤਾਂ 1 ਸੀ, ਹੁਣ 2 ਹੋ ਗਏ, ਮੈਨੂੰ ਭੋਜਨ ਥੋੜਾ, ਰਾਸ਼ਨ ਥੋੜਾ ਜ਼ਿਆਦਾ ਦਿਓ। ਫਿਰ ਉਹਨਾਂ ਨੇ ਸਾਧੂ ਮਹਾਰਾਜ ਨੂੰ ਰਾਸ਼ਨ 3 ਜਣਿਆਂ ਦੇ ਦਿੱਤਾ। ਉਸ ਲੜਕੇ ਨੇ ਭੋਜਨ ਬਣਾਇਆ, ਤਿਆਰ ਕੀਤਾ, ਫਿਰ ਪ੍ਰਭੂ ਨੂੰ ਆਵਾਜ਼ ਲਗਾਈ, ਸਿਮਰਨ ਕੀਤਾ ਕਿ ਪ੍ਰਭੂ ਆਓ, ਭੋਗ ਲਾਓ, ਪ੍ਰਸ਼ਾਦਾ ਹਾਜ਼ਰ ਹੈ। ਫਿਰ ਭੋਲੇਨਾਥ ਵੀ ਆ ਗਏ, ਪਾਰਵਤੀ ਮਾਤਾ ਵੀ ਆ ਗਈ, ਨਾਲ ਕਾਰਤਿਕ ਵੀ ਆ ਗਿਆ। ਤੇ ਉਹ ਸੋਚਾਂ 'ਚ ਪੈ ਗਿਆ, ਇਹ ਕੀ ਗੱਲ, ਮੈਂ 1 ਦਾ ਭੋਜਨ ਬਣਾਇਆ ਸੀ, 2 ਜਣੇ ਆ ਗਏ, ਮੈਂ 2 ਦਾ ਭੋਜਨ ਬਣਾਇਆ ਸੀ, 3 ਜਣੇ ਆ ਗਏ। ਇਸ ਤਰ੍ਹਾਂ ਗੱਲ ਮਾੜੀ ਹੈ, ਮੈਂ ਤਾਂ ਅੱਧਾ ਭੁੱਖਾ ਮਰ ਜਾਊਂਗਾ, ਮੈਨੂੰ ਤਾਂ ਕੁਝ ਖਾਣ ਨੂੰ ਨਹੀਂ ਮਿਲਦਾ, ਸਾਰੇ ਇਹ ਖਾ ਜਾਂਦੇ ਆ। ਫਿਰ ਉਹਨੇ ਆਪਣੇ ਸਾਧੂ ਨਾਲ ਗੱਲ ਕੀਤੀ, ਗੁਰੂ ਮਹਾਰਾਜ ਨਾਲ ਗੱਲ ਕੀਤੀ, गुरुदेव साधु महाराज वो तो 4-4 आते हैं, मुझे 5 बंदों का राशन चाहिए, मैं तो कुछ खाने को मुझे मिलता नहीं हूं, मैं तो भूखा रह जाता हूं, सारा तो वो खा जाते हैं। साधु के मन में सवाल आया कि कहीं ना कहीं ये राशन बेचता है, पहले 1 का ले गया, फिर 2 का, फिर 3 का, फिर 4 का, ऐसा तो ये कहीं ना कहीं राशन बेचता है, चलो देखते हैं। उन्होंने राशन होर दे दिता। फिर उस लड़के ने भोजन बनाया, प्रभु ਨੂੰ याद किया कि प्रभु आओ भोग लाओ। फिर भोलेनाथ आ गए, पार्वती आ गई, कार्तिक महाराज आ गए, ना गणेश भगवान आ गए। फिर हैरान परेशान, सारे ने भोजन छक लिया, खा लिया, तो थोड़ा जिहा उधली छड़ दिता। सोचां 'ਚ पै गया, विचार करन लग गया कि इदां तां गल बनने वाली नहीं हैगी। अगली बार फिर उन्हें अपने गुरु जी ने कहा, गुरु जी मैंने राशन थोड़ा वो बताओ, ये तो बता के नहीं आते, 2 कहता हूँ 3 आ जाते हैं, 3 को बोलता आता हूँ 4 आ जाते हैं, ऐसा तो मुझे खाने कुछ मिलता नहीं, मेरा राशन बढ़ाओ। उस साधु माँ ने राशन उसको ज़्यादा दे दिया, 6 बंदों का दे दिया। तो कहते इसको पीछा करो भाई, ये कहीं ना कहीं राशन बेच रहा है। तो साधु महाराज भी उस लड़के के पीछे पीछे चले गए। फिर उस लड़के ने, भक्त ने भोजन बनाया, भोजन बना के प्रभु को याद किया, भोलेनाथ को याद किया। तो फिर नंदी महाराज भी साथ में आ गए। भोलेनाथ, पार्वती माता, कार्तिकेय, गणेश भगवान और नंदी महाराज भी आ गए। खाना तो 5 जनों का बनाया था भोजन, अब फिर उसको प्रसाद के तौर पे मिला खाने को। फिर उसने गुरु से कहा, गुरु जी मेरा राशन बढ़ाओ, ऐसे दिन बात बनने वाली, मैं तो भूखा रह जाता हूं। गुरु ने कहा कि कुछ ना कुछ दाल में काला है, ये कुछ ना कुछ गलत कर रहा है, कहीं ना कहीं राशन बेच रहा है। आज इसके पीछे पीछे जाके देखते हैं ये राशन का क्या करता है। इतने राशन का पहले 1 का मांगा, 2 का मांगा, 3 का मांगा, ये रोज ही बढ़ता जा रहा है। कहीं ना कहीं दाल में कुछ काला है, ये राशन कुछ ना कुछ बेच रहा है। तो साधु महाराज ने, गुरुदेव ने उनको वो राशन दे दिया। राशन दे के वो भक्त नदी के किनारे चला गया, फिर प्रभु को याद करने लगा और उसका गुरु छुप के उसको देख रहा था, अपने भक्त को। तो उसने, भक्त ने भोलेनाथ को याद किया, भाई प्रभु आओ भोग लगाओ, आपका भोजन तैयार है।
फिर भोलेनाथ आ गए, माता पार्वती आ गई, कार्तिक आ गया, गणेश भगवान आ गए, नंदी महाराज आ गए, हनुमान जी भी साथ में आ गए। तो कहते ले अभी भोजन कहाँ है, भोजन तू हमें भोजन के लिए बुलाया है, कहाँ है भोजन? कहता आज मैंने बनाया नहीं भोजन। कहते आपका पता नहीं लगता, एक का भोजन बनाओ तो दो आ जाते हैं, दो का भोजन बनाओ तीन आ जाते हैं, तीन का भोजन बनाओ चार आ जाते हैं, चार का भोजन बनाओ पांच आ जाते हैं। आप बता के नहीं आते भी कितने बंदों का आना है। ऐसे तो मैं भूखा रह जाता, तो सारा कुछ तो आप खा जाते हैं, मुझे तो कुछ खाने को मिलता नहीं है। अब ये पड़ा है राशन, बनाओ और आप भी खाओ और मुझे भी खिलाओ। प्रभु बहुत हंसने लगे, उसका प्रेम देखकर, उसकी भावना देखकर भगत की। कही भाई आप तो हमें फंसा दिया इसने, अब तो भोजन हमें बनाना पड़ेगा। उस भक्त ने पार्वती माता को कहा माते आप चूल्हा संभालो। भोलेनाथ को कहा कि आप लकड़ियां लेकर आओ, और गणेश जी को कहा कि आप आग जलाओ। तो सभी की ड्यूटी लगा दी कि आप ही भोजन बनाओ, आप भी खाओ और मुझे भी खिलाओ। भोलेनाथ बाबा को उसकी बातें बहुत प्यारी लगती थी। इतना सरल था भक्त वो, इतनी उससे श्रद्धा थी, इतना उसके अंदर प्रेम था। और प्रभु भोलेनाथ उससे खुश हो रहे थे बहुत, और हंस रहे थे ऊंची ऊंची। और गणेश भगवान कह रहे थे कि प्रभु पिताजी आपको तो आज भक्त मिल गया, आपको फंसा लिया इसने आज, हैं? आप लोगों को फंसाते हो, आपको इसने आज फंसा लिया है। अब बनाओ भोजन और आप भी खाओ और इसको भी खाओ। तो उस भगत का गुरु छुप के देख रहा था, पर उसको कुछ दिखाई नहीं दे रहा था, सिर्फ भक्त नजर आ रहा था। और भगत को प्रभु भोलेनाथ नजर आ रहे थे, पार्वती माता नजर आ रही थी, गणेश भगवान नजर आ रहे थे, नंदी महाराज नजर आते हैं, कार्तिकेय नजर आ रहे थे। पर उसके गुरु को कुछ दिखाई नहीं दे रहा था, सिर्फ उसको भक्त दिखाई दे रहा था। उसने गुरुदेव उसका भक्त के पास गया कि कहते तू किससे बातें कर रहा है? हमें तो कोई दिखाई नहीं दे रहा। तो उस भक्त ने कहा कि गुरुदेव ये भोलेनाथ बाबा ही खड़े हैं, ये पार्वती माता खड़े हैं, ये गणेश भगवान खड़े हैं साथ में, आपको कुछ दिखाई नहीं देता? कहते नहीं मुझे तो कुछ दिखाई नहीं देता। तो उस भक्त ने भोलेनाथ बाबा को कहा कि प्रभु मेरे गुरुदेव आपको देख नहीं पा रहे, आप इनको दर्शन दो। तब भोलेनाथ बाबा ने कहा कि बेटे मैं तेरी भक्ति से खुश हूं, तेरे सरल स्वभाव से मैं खुश हूं, क्योंकि तेरे मन में कोई छल कपट नहीं है। तू इतने प्रेम से भोजन बनाता है, इतने प्रेम से हमें याद करता है, सिमरन करता है, भजन करता है, भक्ति करता है। हमें तेरी ये भावना बहुत अच्छी लगी, निस्वार्थ तूने भक्ति की, कोई सवाल नहीं तेरे मन में, कोई लालच नहीं तेरे मन में, कोई इच्छा नहीं तेरे मन में। तू इतने प्रेम से हमें याद करता है, इतनी प्रेम से तूने भोजन बनाया, इसलिए हम तेरी भक्ति से खुश हैं। हम सिर्फ तुम्हें ही दर्शन देंगे, तेरे गुरु को नहीं दे सकते, क्योंकि तेरे गुरु का ध्यान लोगों की जेब में है, तेरे गुरु का ध्यान मेरी तरफ कम है, दुनिया की तरफ ज्यादा है। इस करके हम उसको दर्शन नहीं दे सकते। तो उस भक्त ने गुरु से, गुरु जी भोलेनाथ बाबा जी ऐसे कह रहे हैं। तो गुरुदेव रोने लगे, साधु महाराज रोने लगे कि मेरे से अच्छा तू है, मेरे इतने साल हो गए भक्ति करते हुए, मेरी सेवा में कमी रह गई, मेरी भक्ति में कमी रह गई, क्योंकि मैं लोगों की तरफ देखता रहा, लोगों से सुख ढूंढता रहा, है ना, लोगों में मैं लोगों के अपनी इच्छा के लिए इस्तेमाल करता रहा, है ना। मैंने खुद अपने आप भगवान को देखने की कोशिश नहीं की, इसलिए मैं उनको देख नहीं पा रहा। और तू कितना भाग्यशाली है कि तुझे परमात्मा ने दर्शन दिए हैं, भोले बाबा ने दर्शन दिए हैं, महामाई ने दर्शन दिए हैं। और फिर साधु महाराज गुरु ने कहा कि बेटे मैं तेरी भक्ति से बड़ा खुश हूं। रोने लगा साधु महाराज, गिड़गिड़ा रहा था और कह रहा कि मेरे लिए बेनती कर
कि मुझे भी प्रभु दर्शन दे। तो उस भक्त ने कहा प्रभु से, प्रभु आप अगर मेरी भक्ति से प्रसन्न हो, मेरी सेवा से आप खुश हो, प्रसन्न हो, तो मेरे गुरु को भी दर्शन दो। फिर भक्त की बेनती से, भक्त की पुकार से, अरदास बेनती से भोले बाबा ने उसके गुरु को दर्शन दिए। ऐसे हैं, इसलिए साधु संत महापुरुष फकीर कहते हैं कि कभी कभी चेले भी अपने गुरु से आगे निकल जाते हैं। परमात्मा प्रेम का भूखा है, ठीक है। साधु भूखा कहते भाव का धन का नहीं, जो भूखा धन का वो साधु नहीं, कहते ना। ऐसे ही है प्रेम, परमात्मा प्रेम का भूखा है, ठीक है ना। परमात्मा तो सिर्फ ਤੁਹਾਡੇ ਤੋਂ ਪਿਆਰ ਚਾਹੁੰਦਾ ਹੈ ਕਿ ਮੇਰੇ ਬੱਚੇ ਮੇਰੇ ਨਾਲ ਪਿਆਰ ਕਰਨ, ਤੁਹਾਡੇ ਕੋਲ ਹੋਰ ਕਿਸੇ ਚੀਜ਼ ਦੀ ਉਮੀਦ ਨਹੀਂ ਰੱਖਦਾ। ਪਰ ਅਸੀਂ ਲੋਕ ਇੱਛਾਵਾਂ ਰੱਖਦੇ ਹਾਂ, ਤਰ੍ਹਾਂ ਤਰ੍ਹਾਂ ਦੇ ਸਵਾਲ ਰੱਖਦੇ ਹਾਂ, ਕਦੇ ਪ੍ਰਮਾਤਮਾ ਨੂੰ ਮੰਗਿਆ ਹੀ ਨਹੀਂ ਹੈਗਾ। ਕਦੇ ਰੱਬ ਨੂੰ ਅਸੀਂ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਰੱਬਾ ਮੈਨੂੰ ਤੂੰ ਚਾਹੀਦਾ। ਇੱਕ ਵਾਰ ਰੱਬ ਨੂੰ ਮੰਗ ਕੇ ਤਾਂ ਦੇਖੋ, ਤੁਹਾਡੀ ਜ਼ਿੰਦਗੀ ਬਦਲ ਜਾਵੇਗੀ। अपना निशाना एक तो रखो, अपनी एक अख बनाओ। ऊंच नीच, छोटा वड्डा, ये सवाल मन विच खत्म करो। असीं इक्को ही पिता परमेश्वर दे, इक्को ही रब दे बच्चे हाँ। सानू उस एक दी खोज तां ही होवेगी जदों असीं बिल्कुल प्रेम करना सिखांगे, अपने गुरु के हुक्म सर भगती करांगे, रोज भजन सेवा का अभ्यास करांगे। रब दा तुहाडे प्रेम का भुखा आ। उन्होंने प्रेम के दो हंझू तुसीं अखां 'च बहाओगे, विराग तुहाडे अंदर आऊगा, वो इन्नी च खुश आ। एक बार उहदे लई तड़फ के तां देखो, एक बार याद विच हंझू बहा के तां देखो, फिर तुहाडे मनां दे सारे दुनिया के जिहड़े सवाल ने तुहाडे तां ही खत्म होने। तुहाडे ਤਾਂ ਹੀ ਤੁਸੀਂ ਉਸ ਇੱਕ ਦੀ ਪਹਿਚਾਨ ਕਰ ਸਕਦੇ ਆ। ਸਾਰੀ ਦੁਨੀਆ ਕਹੀ ਜਾਂਦੀ ਗੋਡ ਇਜ਼ ਵਨ, ਗੋਡ ਇਜ਼ ਵਨ, ਪਰਮਾਤਮਾ ਇੱਕ ਆ, ਰੱਬ ਇੱਕ ਆ, ਪਰ ਮੰਨਦਾ ਕੋਈ ਨਹੀਂ ਹੈਗਾ। ਸਾਰੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਵਿੱਚ ਲੱਗੇ ਹੋਏ ਆ। ਤੂੰ ਦੇਵੀ ਦੇਵਤਿਆਂ ਨਹੀਂ ਜਾਣਾ, ਤੂੰ ਪੀਰਾ ਫਕੀਰਾਂ ਨਹੀਂ ਜਾਣਾ, ਤੂੰ ਕਿਤੇ ਨਹੀਂ ਜਾਣਾ, ਤੂੰ ਕਿਤੇ ਨਹੀਂ ਜਾਣਾ। ਪਹਿਲਾਂ ਹੀ ਅਸੀਂ ਬੱਚਿਆਂ ਦੇ ਮਨ ਵਿੱਚ ਘੋੜ ਕੇ ਭਰੀ ਜਾ ਰਹੇ ਹਾਂ। ਪਹਿਲਾਂ ਹੀ ਇੰਨਾ ਉਹਨਾਂ ਦੇ ਵੈਰ ਵਿਰੋਧ, ਇੰਨਾ ਹਨਾ ਮਾੜੀਆਂ ਗੱਲਾਂ ਉਹਨਾਂ ਦੇ ਵਿਚਾਰ ਬਿਠਾਤੀਆਂ, ਮਨ ਦੇ ਵਿੱਚ ਬਿਠਾ ਉਹ ਕਿਸ ਤਰ੍ਹਾਂ ਸੱਚ ਦੀ ਪਹਿਚਾਨ ਕਰਨਗੇ। ਇਹ ਤਾਂ ਪ੍ਰੈਕਟੀਕਲ ਅਨੁਭਵ ਕਰਨ ਦਾ ਮਾਰਗ ਆ, ਪ੍ਰੈਕਟੀਕਲ ਕਰਨ ਦਾ ਮਾਰਗ ਆ। ਜਦ ਤੱਕ ਅਸੀਂ ਆਪਣਾ ਅਨੁਭਵ ਨਹੀਂ ਕਰਦੇ, ਜਦ ਤੱਕ ਅਸੀਂ ਸਫ਼ਰ ਤੇ ਚੱਲਦੇ ਨਹੀਂ ਹੈਗੇ, ਹਨਾ, ਤਦ ਤੱਕ ਅਸੀਂ ਉਸ ਇੱਕ ਦੀ ਪਹਿਚਾਨ ਨਹੀਂ ਕਰ ਸਕਦੇ। ਉਹਦੇ ਲਈ ਬਿਲਕੁਲ ਸਾਨੂੰ ਖਾਲੀ ਹੋਣਾ ਪੈਣਾ, ਆਪਣੇ ਸਵਾਲ ਖਤਮ ਕਰਨੇ ਪੈਣੇ, ਊਚ ਨੀਚ ਵੈਰ ਬੁੱਧ ਸਾਰਾ ਖਤਮ ਕਰਨਾ ਪੈਣਾ। ਪਰ ਅਸੀਂ ਅੱਜ ਲੋਕ ਮਨਮੁਖ ਲੋਕ, ਮੂਰਖ ਲੋਕ ਕਹੂੰਗਾ, ਅਸੀਂ ਪਹਿਲਾਂ ਹੀ ਉਹਨਾਂ ਨੂੰ ਕੱਟਰਪੰਥੀ ਬਣਾਈ ਜਾ ਰਹੇ ਹਾਂ। ਤੂੰ ਇੱਥੇ ਮੰਦਰ ਨਹੀਂ ਜਾਣਾ, ਤੂੰ ਇੱਥੇ ਨਹੀਂ ਜਾਣਾ, ਤੂੰ ਇੱਥੇ ਨਹੀਂ ਜਾਣਾ। ਕੋਟ ਕੇ ਅਸੀਂ ਉਹਨਾਂ ਵਿੱਚ ਮਾੜੀ ਗੱਲਾਂ ਭਰੀ ਜਾ ਰਹੇ ਹਾਂ। ਸਭ ਉਹਦੀ ਖੇਡ ਆ, ਉਹ ਹੈ ਹੀ ਇੱਕ ਆ, ਅਸੀਂ ਦੋ ਸਮਝੀ ਜਾ ਰਹੇ ਹਾਂ। ਜਾਂ ਮੈਂ ਜਾਂ ਤੂੰ ਹੈ, ਜਾਂ ਤੂੰ ਆ ਜਾਂ ਮੈਂ ਆ। ਇੱਕ ਹੋ ਸਕਦਾ, ਦੋ ਨਹੀਂ ਹੋ ਸਕਦੇ। ਨਦੀ ਉਦੋਂ ਤੱਕ ਨਦੀ ਹੈ ਜਦ ਤੱਕ ਸਮੁੰਦਰ 'ਚ ਸਮਾਂਦੀ ਨਹੀਂ ਹੈਗੀ। ਜਦੋਂ ਨਦੀ ਸਮੁੰਦਰ ਸਮਾ ਜਾਵੇ ਉਹਦਾ ਵਜੂਦ ਖਤਮ ਹੋ ਜਾਂਦਾ। ਜਦੋਂ ਇੱਕ ਬੂੰਦ ਸਾਗਰ ਵਿੱਚ ਸਮਾ ਜਾਂਦੀ ਆ ਤਾਂ ਬੂੰਦ ਦਾ ਕੋਈ ਵਜੂਦ ਨਹੀਂ ਰਹਿੰਦਾ। ਇਸੇ ਤਰ੍ਹਾਂ ਤੁਹਾਡੇ ਸਾਡੇ ਜਿਹੜੇ ਮਨ ਦੇ ਸਵਾਲ ਹੈਗੇ ਜਿਹੜੇ, ਉਹ ਉਦੋਂ ਖਤਮ ਹੋਣਗੇ ਜਦੋਂ ਅਸੀਂ ਭਗਤੀ ਕਰਾਂਗੇ, ਸਿਮਰਨ ਕਰਾਂਗੇ, ਰੋਜ਼ ਅਭਿਆਸ ਕਰਾਂਗੇ। ਤਾਂ ਹੀ ਅਸੀਂ ਉਸ ਇੱਕ ਦੀ ਪਹਿਚਾਣ ਕਰ ਸਕਦੇ ਹਾਂ, ਉਸ ਇੱਕ ਤੱਕ ਪਹੁੰਚ ਸਕਦੇ, ਜਾਣ ਸਕਦੇ ਉਸ ਨੂੰ। ਠੀਕ ਹੈ ਨਾ। ਇਹ ਗੱਲਾਂ ਮਨ ਦੇ ਵਿੱਚੋਂ ਕੱਢ ਦਿਓ। ਨਾਮਦਾਨ ਲੈ ਕੇ, ਗੁਰੂ ਮੰਤਰ ਲੈ ਕੇ, ਗੁਰੂ ਸ਼ਬਦ ਲੈ ਕੇ, ਗੁਰੂ ਦੀ ਯੁਕਤੀ ਲੈ ਕੇ, ਨਾਮ ਯੁਕਤੀ ਲੈ ਕੇ ਉਹਦਾ ਅਭਿਆਸ ਕਰੋ, ਰੋਜ਼ ਸ਼ਬਦ ਦਾ ਅਭਿਆਸ ਕਰੋ। ਠੀਕ ਹੈ। ਦੇਹਧਾਰੀ ਗੁਰੂ ਬੜਾ ਜ਼ਰੂਰੀ ਆ। ਦੇਹਧਾਰੀ ਗੁਰੂ ਬੜਾ ਜ਼ਰੂਰੀ ਆ। ਠੀਕ ਹੈ ਨਾ। ਪਰ ਸੰਤ ਮਹਾਂਪੁਰਸ਼ ਗੁਰੂ ਮਾਰੇ ਕੀ ਕਹਿ ਰਹੇ, ਧਿਆਨ ਨਾਲ ਸਮਝੋ। ਗੁਰੂ ਕਹਿ ਰਹੇ ਆ, ਦੇਹਧਾਰੀ ਗੁਰੂ ਕਹਿ ਰਿਹਾ ਕਿ ਬੇਟੇ
ਮੇਰੇ ਸਰੀਰ ਨਾਲ ਪ੍ਰੇਮ ਨਾ ਕਰੋ, ਮੇਰੇ ਸਰੀਰ ਨਾਲ ਇਸ ਨੂੰ ਪਿਆਰ ਨਾ ਕਰੋ। ਸੱਚ ਦੀ ਪਹਿਚਾਨ ਕਰੋ। ਸ਼ਬਦ ਗੁਰੂ, ਸ਼ਬਦ ਗੁਰੂ। ਠੀਕ ਹੈ, ਆਪਣੇ ਅੰਦਰ ਸ਼ਬਦ ਦਾ ਅਭਿਆਸ ਕਰਕੇ ਆਪਣੇ ਗੁਰੂ ਨੂੰ ਅੰਦਰ ਵਿੱਚ ਪ੍ਰਗਟ ਕਰੋ, ਤੁਹਾਨੂੰ ਸੱਚ ਦੀ ਪਹਿਚਾਨ ਹੋਵੇ। ਮੇਰੇ ਸਰੀਰ ਨਾਲ ਪਿਆਰ ਨਾ ਕਰੋ, ਮੇਰਾ ਇਹ ਸਰੀਰ ਨਾਸ਼ਵਾਨ ਆ। ਅਸੀਂ ਉਲਟ ਪਾਸੇ ਲੈ ਗਏ, ਸਮਝਣ ਤਰੀਕਾ ਹੀ ਸਾਡਾ ਗਲਤ ਹੋ ਗਿਆ। ਆਦਮੀ ਦੀ ਭਾਸ਼ਾ ਆਦਮੀ ਹੀ ਸਮਝ ਸਕਦਾ, ਅਸੀਂ ਜਾਨਵਰ ਦੀ ਭਾਸ਼ਾ ਨਹੀਂ ਸਮਝ ਸਕਦੇ। ਪਸ਼ੂ ਪਸ਼ੂ ਦੀ ਭਾਸ਼ਾ ਸਮਝ ਸਕਦਾ, ਪੰਛੀ ਪੰਛੀ ਦੀ ਭਾਸ਼ਾ ਸਮਝ ਸਕਦੇ ਆ, ਇਨਸਾਨ ਇਨਸਾਨ ਦੀ ਭਾਸ਼ਾ ਸਮਝ ਸਕਦਾ, ਪੇੜ ਪੌਦੇ ਦੀ ਭਾਸ਼ਾ ਸਮਝ ਸਕਦੇ ਆ। ਇਸ ਕਰਕੇ ਸਾਨੂੰ ਇਸ ਦੇਹਧਾਰੀ ਗੁਰੂ ਦੀ ਬੜੀ ਜ਼ਰੂਰਤ ਆ। ਇਹਦੇ ਬਿਨਾਂ ਅਸੀਂ ਸੱਚ ਦੀ ਪਹਿਚਾਨ ਨਹੀਂ ਕਰ ਸਕਦੇ। ਸਕੂਲ 'ਚ ਜਾਣਾ ਹੋਵੇ, ਬੱਚਿਆਂ ਨੂੰ ਪੜ੍ਹਾਉਣਾ ਹੋਵੇ, ਤੇ ਸਾਨੂੰ ਸਕੂਲ ਦੇ ਵਿੱਚ ਦੇਹਧਾਰੀ ਗੁਰੂ ਦੀ ਜ਼ਰੂਰਤ ਪੈਂਦੀ ਆ। ਉਹਦੇ ਬਿਨਾਂ ਸਾਨੂੰ ਅਸਲ ਗਿਆਨ ਨਹੀਂ ਮਿਲਦਾ। ਫਿਰ ਕਾਲਜ ਜਾਂਦੇ ਆ, ਕਾਲਜ ਸਾਨੂੰ ਪ੍ਰੋਫੈਸਰ ਸਾਡਾ ਗੁਰੂ ਬਣਦਾ, ਉਹ ਵੀ ਦੇਹਧਾਰੀ ਗੁਰੂ ਹੁੰਦਾ। ਉਹ ਸਾਨੂੰ ਸਿੱਖਿਆ ਦਿੰਦਾ, ਸਾਨੂੰ ਗਿਆਨ ਦਿੰਦਾ। ਫਿਰ ਅਸੀਂ ਉਸ ਤੋਂ ਬਾਅਦ ਕੰਮ ਕਾਰ ਪੜ੍ਹਾਈ ਜਦੋਂ ਸਾਡੀ ਪੂਰੀ ਹੁੰਦੀ, ਫਿਰ ਕੰਮ ਸਿੱਖਦੇ ਹਾਂ ਅਸੀਂ। ਫਿਰ ਵਕੀਲ ਬਣਨਾ ਹੋਵੇ, ਵਕੀਲ ਨੂੰ ਗੁਰੂ ਬਣਾਉਣਾ ਪੈਂਦਾ, ਉਹ ਵੀ ਦੇਹਧਾਰੀ ਗੁਰੂ ਹੁੰਦਾ। ਡਾਕਟਰ ਡਾਕਟਰ ਦੀ ਬਣਨਾ ਹੋਵੇ ਤਾਂ ਡਾਕਟਰ ਕੋਲ ਦੇਹਧਾਰੀ ਡਾਕਟਰ ਕੋਲ ਜਾਣਾ ਪੈਂਦਾ। ਇਸੇ ਤਰ੍ਹਾਂ ਅਸੀਂ ਅਧਿਆਤਮ ਦੇ ਸਫ਼ਰ ਜਾਣਾ, ਉਸ ਪਰਮਾਤਮਾ ਨੂੰ ਦੇਖਣਾ ਚਾਹੁੰਦੇ ਹਾਂ, ਉਸ ਨੂੰ ਮਿਲਣਾ ਚਾਹੁੰਦੇ ਹਾਂ। ਜਿਹੜਾ ਉੱਥੇ ਗਿਆ ਆ ਉਹੀ ਸਾਨੂੰ ਦਿਖਾ ਸਕਦਾ। ਅਸੀਂ ਕੰਧਾਂ ਨੂੰ ਕੀ ਪੁੱਛਾਂਗੇ? ਅਸੀਂ ਅੱਜ ਕੱਲ ਕਈ ਮੁੰਡੇ, ਅੱਜ ਨਵੀਂ ਜਨਰੇਸ਼ਨ, ਜਿਵੇਂ ਨਵੇਂ ਅੱਜ ਦੇ ਲੋਕ, ਉਹ ਧਾਰਮਿਕ ਸਥਾਨਾਂ ਤੇ ਜਾਂਦੇ ਆ, ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਆ। ਫਿਰ ਜਦੋਂ ਕੁਛ ਨਾ ਕੁਛ ਸਰੀਰ ਨਾਲ ਹਲਚਲ ਹੁੰਦੀ ਆ, ਕੋਈ ਸਵਾਲ ਮਨ ਦੇ ਵਿੱਚ ਆਉਂਦੇ ਆ, ਉਸ ਟਾਈਮ ਹਲਚਲ ਹੁੰਦੀ ਸਰੀਰ ਨੂੰ, ਫਿਰ ਪੁੱਛਦੇ ਕਿਹਨੂੰ ਪੁੱਛੀਏ? ਅਸੀਂ ਮੰਨਦੇ ਤਾਂ ਉਹ ਕਿਸੇ ਨੂੰ, ਸਿਮਰਨ ਤਾਂ ਉਹ ਕਿਸੇ ਦਾ ਕਰਦੇ ਪਏ ਆ, ਪਰ ਉੱਥੇ ਕੋਈ ਹੈ ਨਹੀਂ, ਬੋਲਣ ਵਾਲਾ ਨਹੀਂ ਹੈਗੀ। ਮਜ਼ਾਰ ਲੈ ਲਓ, ਜਾਂ ਪੱਥਰ ਦੀ ਮੂਰਤੀ ਲੈ ਲਓ, ਜਾਂ ਕੋਈ ਕਮਰਾ ਲੈ ਲਓ। ਅਸੀਂ ਜਾਂਦੇ ਨਾ ਡੇਰਿਆਂ ਤੇ, ਕਦੇ ਜਾਂਦੇ ਆ, ਮੱਥਾ ਟੇਕਦੇ ਆ, ਭਗਤੀ ਸ਼ੁਰੂ ਕਰਦੇ ਆ। ਜਦੋਂ ਸਾਨੂੰ ਕੁਝ ਪ੍ਰੈਕਟੀਕਲ ਸਾਡੇ ਸਰੀਰ ਨਾਲ ਕੁਝ ਹੁੰਦਾ, ਸਾਨੂੰ ਕੁਝ ਅਨੁਭਵ ਹੁੰਦਾ, ਤੇ ਸਾਨੂੰ ਸੱਚ ਕਿੱਦਾਂ ਪਤਾ ਲੱਗੇਗਾ? ਸਾਨੂੰ ਕਿਸੇ ਨਾ ਕਿਸੇ ਟੀਚਰ ਦੀ ਜ਼ਰੂਰਤ ਆ, ਸਾਨੂੰ ਕਿਸੇ ਨਾ ਕਿਸੇ ਗੁਰੂ ਦੀ ਜ਼ਰੂਰਤ ਆ, ਜਿਹਨੇ ਉਹ ਸਫ਼ਰ ਤੈਅ ਕੀਤਾ। ਉਹ ਹੀ ਸਾਨੂੰ ਦੱਸ ਸਕਦਾ ਕਿ ਇੱਥੇ ਇਦਾਂ ਨਹੀਂ, ਇਦਾਂ ਚੱਲਣਾ ਹੈ। ਉਹ ਸਾਡੇ ਸਾਰੇ ਸਵਾਲਾਂ ਦਾ ਜਵਾਬ ਦੇ ਸਕਦਾ। ਅਸੀਂ ਲੋਕ ਹਨੇਰੇ 'ਚ ਤੀਰ ਮਾਰੀ ਜਾ ਰਹੇ ਹਾਂ, ਭੇਡ ਚਾਲ ਮੰਗੋ, ਬਸ ਮੱਥੇ ਟੇਕੀਆਂ ਨੇ, ਕਦੇ ਕਿਤੇ ਕਦੇ ਕਿਤੇ, ਕਦੇ ਕਿਤੇ ਕਦੇ ਕਿਤੇ। ਕੋਈ ਨਾ ਕੋਈ ਸਾਡੇ ਨਾਲ ਗੱਲ ਕਰਨ ਵਾਲਾ ਚਾਹੀਦਾ। ਸਾਡੇ ਸਵਾਲਾਂ ਦਾ ਜਵਾਬ ਦੇਣ ਲਈ ਕੋਈ ਨਾ ਕੋਈ ਚਾਹੀਦਾ ਹੈ। ਦੇਹਧਾਰੀ ਗੁਰੂ ਹੀ ਸਾਨੂੰ ਦੱਸ ਸਕਦਾ ਆ। ਅਸੀਂ ਹੋਰ ਕਿਸੇ ਦੀ ਭਾਸ਼ਾ ਸਮਝ ਨਹੀਂ ਸਕਦੇ। ਇਨਸਾਨ ਦੀ ਭਾਸ਼ਾ ਸਮਝ ਸਕਦਾ। ਜਿਹਨੇ ਇਹ ਸਫ਼ਰ ਤੈਅ ਕੀਤਾ ਉਹੀ ਦੱਸ ਸਕਦਾ। ਜਿੱਦਾਂ ਕਿ ਮੈਂ ਦੁਬਈ ਜਾ ਕੇ ਆਇਆ, ਮੈਨੂੰ ਤੁਸੀਂ ਦੁਬਈ ਦਾ ਪੁੱਛੋਗੇ, ਮੈਂ ਦੱਸ ਸਕਦਾ ਕਿ ਦੁਬਈ ਇੱਥੇ ਅਜਮਾਨ ਆ, ਇੱਥੇ ਸ਼ਾਹਜਾਦਾ 에ਅਰਪੋਰਟ ਆ, ਸ਼ਾਦਰਾ, ਹਨ। ਸਿੰਗਾਪੁਰ ਮੈਂ ਗਿਆ, ਸਿੰਗਾਪੁਰ ਦੱਸ ਸਕਦਾ, ਠੀਕ ਹੈ ਨਾ। ਇੱਥੇ ਗਾਰਡਨ ਆ, ਇੱਥੇ ਆ ਫਲਾਣੀ ਝੀਲ ਆ, ਫਲਾਣਾ ਕੁਛ ਆ। ਜੇ ਤੁਸੀਂ ਮੈਨੂੰ ਕੈਨੇਡਾ ਬਾਰੇ ਪੁੱਛੋਗੇ, ਅਮਰੀਕਾ ਬਾਰੇ ਪੁੱਛੋਗੇ, ਮੈਂ ਦੱਸ ਨਹੀਂ ਸਕਦਾ। ਕਿਉਂਕਿ ਮੈਂ ਉੱਥੇ ਗਿਆ ਹੀ ਨਹੀਂ ਹੈਗਾ। ਠੀਕ ਹੈ ਨਾ, ਮੈਂ ਦੱਸ ਨਹੀਂ ਸਕਦਾ ਕਿਉਂਕਿ ਮੈਂ ਉੱਥੇ ਗਿਆ ਨਹੀਂ ਹੈਗਾ। ਜਿੱਥੇ ਮੈਂ ਗਿਆ ਉੱਥੇ ਦੱਸ ਸਕਦਾ। ਇਸੇ ਤਰ੍ਹਾਂ ਜਿਹੜਾ ਅਧਿਆਤਮ ਦਾ ਜਿਹੜਾ ਸਫ਼ਰ ਆ, ਪਰਮਾਰਥ ਦਾ ਜਿਹੜਾ ਸਫ਼ਰ ਆ, ਜਿਹੜੇ ਮਹਾਂਪੁਰਸ਼ਾਂ ਨੇ, ਸੰਤਾਂ ਨੇ, ਫਕੀਰਾਂ ਨੇ, ਗੁਰੂਆਂ ਨੇ ਇਹ ਸਫ਼ਰ ਤੈਅ ਕੀਤਾ ਆ, ਸਾਨੂੰ ਉਹੀ ਦੱਸ ਸਕਦੇ ਆ ਕਿ ਇਹ ਸਫ਼ਰ ਤੇ ਕਿੱਦਾਂ ਚੱਲਣਾ ਆ। ਠੀਕ ਹੈ ਨਾ, ਜਿਹਨੇ ਆਪ ਅਨੁਭਵ ਕੀਤਾ, ਪ੍ਰੈਕਟੀਕਲ ਕੀਤਾ, ਉਹੀ ਸਾਨੂੰ ਦੱਸ ਸਕਦਾ। ਗੱਲਾਂ ਨਾਲ ਸਾਰੀ ਦੁਨੀਆ ਪਕੌੜੇ ਬਣਾਈ ਜਾਂਦੀ ਆ, ਗੱਲਾਂ ਨਾਲ ਸਾਰੀ ਦੁਨੀਆ ਪਹਾੜ ਬਣਾਈ ਜਾਂਦੀ ਵੱਡੇ ਵੱਡੇ, ਪਰ ਸੱਚ ਦਾ ਕਿਸੇ ਨੂੰ ਪਤਾ ਨਹੀਂ ਹੈਗਾ। ਜਿਹਨੇ ਸੱਚ ਦੀ ਖੋਜ ਕੀਤੀ ਆ, ਇਸ ਰਸਤੇ ਚੱਲਿਆ, ਪਰਮਾਤਮਾ ਦੇ ਸਫ਼ਰ ਚੱਲਿਆ, ਅਨੁਭਵ ਕੀਤਾ ਆਪਣਾ, ਉਹੀ ਸਾਡਾ ਮਾਰਗਦਰਸ਼ਨ ਕਰ ਸਕਦਾ। ਉਹੀ ਦੇਹਧਾਰੀ ਗੁਰੂ ਸਾਡਾ ਮਾਰਗਦਰਸ਼ਨ ਕਰ ਸਕਦਾ। ਪਰ ਗੁਰੂ ਜਿਹੜੇ ਪੂਰਨ ਮਹਾਂਪੁਰਸ਼ ਹੁੰਦੇ, ਉਹ ਕਦੇ ਵੀ ਆਪਣੇ ਆਪ ਨੂੰ ਗੁਰੂ ਨਹੀਂ ਕਹਿੰਦੇ ਕਿ ਮੈਂ ਤੁਹਾਡਾ ਗੁਰੂ ਬਣੂੰਗਾ, ਜਾਂ ਹਨਾ ਕਿ ਮੈਨੂੰ ਗੁਰੂ ਬਣਾਓ, ਹਨਾ। ਉਹ ਸਿਰਫ ਉਹਨਾਂ ਦਾ ਕੰਮ ਆ ਸ਼ਬਦ ਦੇਣਾ, ਨਾਮ ਸ਼ਬਦ ਦੇਣਾ, ਗੁਰੂ ਮੰਤਰ ਦੇਣਾ, ਹਨਾ, ਗੁਰੂ ਸ਼ਬਦ ਦੇਣਾ, ਨਾਮ ਦਾ ਦੇਣਾ, ਹਨਾ। ਅਸੀਂ ਉਹਦਾ ਅਭਿਆਸ ਕਰਨਾ, ਉਹਦਾ ਅਭਿਆਸ ਕਰਕੇ ਰੋਜ਼ ਸਿਮਰਨ ਕਰਨਾ, ਰੋਜ਼ ਅਭਿਆਸ ਕਰਨਾ,
ਇੱਥੇ ਆਪਣੇ ਗੁਰੂ ਨੂੰ ਦੇਖਣ ਦੀ ਕੋਸ਼ਿਸ਼ ਕਰਨੀ ਆ, ਗੁਰੂ ਨੂੰ ਸ਼ਬਦ ਰੂਪ ਦੇ ਵਿੱਚ ਪ੍ਰਗਟ ਕਰਨਾ ਇੱਥੇ। ਠੀਕ ਹੈ ਨਾ, ਗੁਰੂ ਨੇ ਸ਼ਬਦ ਜਦੋਂ ਅਭਿਆਸ ਕਰਾਂਗੇ ਫਿਰ ਗੁਰੂ ਪ੍ਰਗਟ ਹੁੰਦਾ ਸਾਡਾ ਇੱਥੇ, ਫਿਰ ਸੱਚ ਦੀ ਸਾਨੂੰ ਪਹਿਚਾਣ। ਇਸ ਕਰਕੇ ਸੰਤ ਮਹਾਂਪੁਰਖ ਕਹਿੰਦੇ ਮੇਰੇ ਪਿੱਛੇ ਭੱਜਣ ਦੀ ਲੋੜ ਨਹੀਂ ਹੈਗੀ, ਮੈਨੂੰ ਮੱਥੇ ਟੇਕਣ ਦੀ ਲੋੜ ਨਹੀਂ ਹੈਗੀ। ਤੁਸੀਂ ਬਸ ਸ਼ਬਦ ਲੈ ਲਿਆ, ਨਾਮਦਾਨ ਲੈ ਲਿਆ, ਗੁਰੂ ਵਾਲੇ ਬਣ ਗਏ, ਅੰਮ੍ਰਿਤ ਛਕ ਲਿਆ, ਤੁਸੀਂ ਰੋਜ਼ ਭਜਨ ਸਿੰਘ ਦਾ ਅਭਿਆਸ ਕਰੋ, ਰੋਜ਼ ਨਿਤਨੇਮ ਕਰੋ ਆਪਣਾ। ਠੀਕ ਹੈ ਨਾ, ਆਪਣੇ ਅੰਦਰ ਆ ਜਾਓ, ਇੱਥੇ ਤੁਹਾਡਾ ਗੁਰੂ ਬੈਠਾ ਆ, ਗੁਰੂ ਤੁਹਾਨੂੰ ਦਰਸ਼ਨ ਦੇਗਾ, ਤੁਹਾਡੇ ਨਾਲ ਗੱਲ ਕਰੇਗਾ। ਇੱਕ ਵਾਰ ਇੱਥੇ ਆ ਜਾਓ। ਕਹਿਣ ਦਾ ਕੁਝ ਮਤਲਬ ਹੋ ਸੀ, ਅਸੀਂ ਅਰਥ ਕੁਝ ਹੋਰ ਕੱਢ ਲਏ। ਉਹ ਦਾਸ ਆਪਦੇ ਚਰਨਾਂ 'ਚ ਬੇਨਤੀ ਕਰਦਾ ਕਿ ਰੋਜ਼ ਆਪਣਾ ਅਭਿਆਸ ਕਰੋ, ਘੱਟੋ ਘੱਟ 2.5-3 ਘੰਟੇ ਡੇਲੀ ਤੁਹਾਡਾ ਅਭਿਆਸ ਹੋਣਾ ਚਾਹੀਦਾ। ਇੱਕ ਸੀਟਿੰਗ ਤੁਹਾਡੀ ਹੋਣੀ ਚਾਹੀਦੀ ਆ, ਅੰਮ੍ਰਿਤ ਵੇਲੇ ਸੰਭਾਲਣ ਕੋਸ਼ਿਸ਼ ਕਰੋ, ਇੱਕ ਸਮੇਂ ਤੁਹਾਡਾ ਨਿਸ਼ਚਿਤ ਹੋਣਾ ਚਾਹੀਦਾ। ਜੇ ਸਫ਼ਰ ਤੇ ਕੁਝ ਅਨੁਭਵ ਕਰਨਾ ਚਾਹੁੰਦੇ ਹੋ, ਕੁਝ ਨਾ ਕੁਝ ਪਾਣਾ ਚਾਹੁੰਦੇ ਹੋ ਪਰਮਾਤਮਾ ਨੂੰ, ਕੁਝ ਮਹਿਸੂਸ ਕਰਨਾ ਚਾਹੁੰਦੇ ਹੋ, ਕੁਝ ਆਨੰਦ ਲੈਣਾ ਚਾਹੁੰਦੇ ਹੋ, ਤਾਂ ਆਪਣਾ ਇੱਕ ਭਗਤੀ ਦਾ ਇੱਕ ਸਮਾਂ ਸੈੱਟ ਕਰ ਲਓ। ਉਸ ਤੋਂ ਬਾਅਦ ਚਾਹੇ ਦੁਪਹਿਰੇ ਜਿਸ ਤਰ੍ਹਾਂ ਸਕੂਲ ਵਿੱਚ ਜਾਂਦੇ ਆ, ਸਾਡਾ ਇੱਕ ਸਮੇਂ ਹੁੰਦਾ ਸਕੂਲ ਦਾ ਕਿ 9 ਵਜੇ ਸਕੂਲ ਲੱਗਣਾ ਜਾਂ 8 ਵਜੇ ਸਕੂਲ ਲੱਗਣਾ, ਅਸੀਂ 8 ਵਜੇ ਤੋਂ ਪਹਿਲਾਂ ਪਹੁੰਚ ਜਾਂਦੇ ਆ। 9 ਵਜੇ ਸਕੂਲ ਲੱਗਣਾ ਵੀ 9 ਵਜੇ ਤੋਂ ਪਹਿਲਾਂ ਪਹੁੰਚ ਜਾਂਦੇ ਆ। ਠੀਕ ਹੈ ਨਾ, ਉੱਥੇ ਸਾਨੂੰ ਸਮੇਂ ਸਿਰ ਪਹੁੰਚਣਾ ਪੈਂਦਾ। ਫਿਰ ਉਸ ਤੋਂ ਬਾਅਦ ਘਰ ਆਉਂਦੇ ਆ, ਛੁੱਟੀ ਕਰਕੇ ਘਰੇ ਆਉਂਦੇ ਆ, ਘਰੇ ਵੀ ਪੜ੍ਹ ਸਕਦੇ ਅਸੀਂ, ਸ਼ਾਮ ਨੂੰ ਵੀ ਪੜ੍ਹ ਸਕਦੇ, ਰਾਤ ਨੂੰ ਵੀ ਪੜ੍ਹ ਸਕਦੇ, ਸਾਡੀ ਹਿੰਮਤ ਆ। ਇਸੇ ਤਰ੍ਹਾਂ ਤੁਸੀਂ ਪ੍ਰਮਾਤਮਾ ਦੇ ਮਾਰੇ ਚੱਲਣਾ ਤਾਂ ਇੱਕ ਸਮਾਂ ਆਪਣਾ ਸਵੇਰੇ ਅੰਮ੍ਰਿਤ ਵੇਲਾ ਸੰਭਾਲਣ ਦੀ ਕੋਸ਼ਿਸ਼ ਕਰੋ। ਉਸ ਸਮੇਂ ਉੱਠ ਕੇ ਬੈਠਿਆ ਕਰੋ, ਸਿਮਰਨ ਕਰਿਆ ਕਰੋ, ਅਭਿਆਸ ਕਰਿਆ ਕਰੋ। ਇਹ ਜ਼ਰੂਰੀ ਆ। ਬਾਕੀ ਦਿਨ 'ਚ ਜਦੋਂ ਸਮਾਂ ਮਿਲਦਾ ਉਹਦੀ ਯਾਦ 'ਚ ਬਹਿ ਜਾਓ। ਜਦੋਂ ਮਰਜ਼ੀ ਤੁਸੀਂ ਸਿਮਰਨ ਕਰ ਸਕਦੇ, ਜਦੋਂ ਮਰਜ਼ੀ ਤੁਸੀਂ ਸਿਮਰਨ ਦਾ ਅਭਿਆਸ ਕਰ ਸਕਦੇ, ਪਰ ਇੱਕ ਸਮਾਂ ਨਿਸ਼ਚਿਤ ਕਰ ਲਓ ਆਪਣਾ। ਉਹ ਨਿਸ਼ਚਿਤ ਸਮਾਂ ਕਰੋਗੇ, ਉਹ ਤੁਹਾਨੂੰ ਬੜਾ ਕੁਝ ਅਨੁਭਵ ਹੋਵੇਗਾ। ਜਦ ਤੱਕ ਤੁਸੀਂ ਆਪਣਾ ਇੱਕ ਸਮਾਂ ਨਿਸ਼ਚਿਤ ਨਹੀਂ ਕਰਦੇ, ਤਦ ਤੱਕ ਤੁਹਾਡੀ ਗੱਲ ਨਹੀਂ ਬਣਨੀ। ਜਦੋਂ ਆਪਾਂ ਸੰਸਾਰ ਦੇ ਵਿੱਚ ਲਾਉਂਦੇ ਆ, ਦੁਨੀਆ 'ਚ ਲਾਉਂਦੇ ਆ, ਕਿਸੇ ਨੂੰ ਮਿਲਣਾ ਹੋਵੇ, ਜੇ ਉਹ ਇਨਸਾਨ ਟਾਈਮ ਦਾ ਪਾਬੰਦਕ ਹੋਵੇ ਕਿ ਟਾਈਮ ਤੇ ਉਹ ਆਂਦਾ ਹੋਵੇ, ਅਸੀਂ 10 ਮਿੰਟ ਪਹਿਲਾਂ ਹੀ ਪਹੁੰਚਣਾ ਪੈਂਦਾ ਸਾਨੂੰ ਕਿ ਬਈ ਉਹ ਟਾਈਮ ਦਾ ਪਾਬੰਦਕ ਆ, ਉਹਨੇ ਟਾਈਮ ਤੇ ਪਹਿਲਾਂ ਪਹੁੰਚ ਜਾਣਾ, ਤੇ ਇਸ ਕਰਕੇ ਅਸੀਂ ਵੀ ਪਹੁੰਚਣਾ। ਜੇ ਉਹ ਬੰਦੇ ਨੂੰ ਆਪਾਂ ਕਿਸੇ ਟਾਈਮ ਦਿੰਨੇ ਆ, ਉਹ ਟਾਈਮ ਸਿਰ ਆਂਦਾ ਹੀ ਨਹੀਂ ਹੈਗਾ, ਫਿਰ ਉਹ ਵੀ ਅਸੀਂ ਵੀ ਉਹਦਾ ਇੰਤਜ਼ਾਰ ਨਹੀਂ ਕਰਦੇ। ਜਿਹੜਾ ਟਾਈਮ ਦਾ ਪਾਬੰਦਕ ਹੋਵੇ ਨਾ, ਉਹਨੂੰ ਮਿਲਣਾ ਹੋਵੇ ਤਾਂ ਅਸੀਂ 10 ਮਿੰਟ ਪਹਿਲਾਂ ਹੀ ਪਹੁੰਚ ਜਾਂਦੇ ਆ। ਇਸੇ ਤਰ੍ਹਾਂ ਸਾਡਾ ਰੋਜ਼ ਨਿਯਮ ਪੱਕਾ ਹੋਵੇਗਾ। ਅੰਮ੍ਰਿਤ ਵੇਲੇ ਉੱਠਾਂਗੇ, ਜਾਂ 4 ਵਜੇ 3 ਵਜੇ ਹੈ ਨਾ, ਜਾਂ 2 ਵਜੇ ਸਵੇਰੇ ਉੱਠਾਂਗੇ, ਬੈਠਾਂਗੇ ਨਾ, ਇੱਕ ਸਮੇਂ ਫਿਕਸ ਕਰ ਲਿਓ, ਆਪਣਾ ਨਿਸ਼ਚਿਤ ਸਮਾਂ ਕਰ ਲਿਓ। ਉਸ ਸਮੇਂ ਤੇ ਬਹਿਣਾ ਹੀ ਬਹਿਣਾ, ਜੋ ਮਰਜ਼ੀ ਹੋਵੇ। ਠੀਕ ਹੈ, ਨਹੀਂ ਨਹਾਤਾ ਜਾਂਦਾ ਨਾ ਨਹਾ ਕੇ ਬੈਠੋ, ਏਦਾਂ ਹੀ ਬਹਿ ਜਾਓ ਚਾਹੇ, ਕਿਉਂਕਿ ਇਹ ਆਤਮਾ ਦੀ ਖੁਰਾਕ ਹੈ। ਇਹ ਸਿਮਰਨ ਭਜਨ, ਇਹ ਸਰੀਰ ਦੀ ਖੁਰਾਕ ਨਹੀਂ ਹੈ। ਹਾਂ, ਨਹਾ ਕੇ ਤਾਂ ਬੈਠੇ, ਨਹਾ ਕੇ ਸਰੀਰ ਹਲਕਾ ਹੋ ਜਾਂਦਾ। ਠੀਕ ਹੈ ਨਾ, ਉਹ ਸਰੀਰ ਦਾ ਆਲਸਪਣ ਦੂਰ ਹੋ ਜਾਂਦਾ। ਠੀਕ ਹੈ ਨਾ, ਜੇ ਨੀਂਦ ਨਹੀਂ ਆਉਂਦੀ, ਫਿਰ ਜੇ ਅਸੀਂ ਨਹਾਉਣ ਤੋਂ ਬਿਨਾਂ ਬੈਠਾਂਗੇ, ਸਾਨੂੰ ਨੀਂਦ ਦੇ ਝੋਂਕੇ ਆਉਂਦੇ ਜ਼ਿਆਦਾ, ਸਾਨੂੰ ਸੁਸਤੀ ਪੈਂਦੀ ਜ਼ਿਆਦਾ। ਜੇ ਨਹਾ ਕੇ ਬੈਠਾਂਗੇ, ਸਾਡਾ ਸਰੀਰ ਹਲਕਾ ਹੋ ਜਾਏਗਾ, ਸਾਨੂੰ ਸੁਸਤੀ ਨਹੀਂ ਪਵੇਗੀ, ਸਾਨੂੰ ਹਨਾ ਨੀਂਦ ਨਹੀਂ ਆਵੇਗੀ। ਸਵੇਰੇ ਇੱਕ ਅੰਮ੍ਰਿਤ ਵੇਲੇ ਉੱਠਣ ਦੀ ਕੋਸ਼ਿਸ਼ ਕਰੋ। ਇੱਕ ਸਮਾਂ ਨਿਸ਼ਚਿਤ ਕਰ ਲਓ ਕਿ 3 ਵਜੇ ਬਹਿਣਾ ਹੀ ਬਹਿਣਾ, ਜਾਂ 4 ਵਜੇ ਬਹਿਣਾ ਹੀ ਬਹਿਣਾ। ਮੀਂਹ ਆਵੇ, ਹਨੇਰੀ ਆਵੇ, ਤੂਫਾਨ ਆਵੇ, ਤੁਸੀਂ ਆਪਣੇ ਸਮੇਂ ਤੇ ਬੈਠ ਜਾਇਆ ਕਰੋ। ਰੋਜ਼ ਅਭਿਆਸ ਘੱਟੋ ਘੱਟ 2-2.5 ਘੰਟੇ ਤੁਹਾਡਾ ਡੇਲੀ ਦਾ ਅਭਿਆਸ ਹੋਣਾ ਚਾਹੀਦਾ। ਫਿਰ ਦਿਨੇ ਤੁਹਾਡਾ ਸਮੇਂ ਮਿਲਦਾ, ਜਦੋਂ ਵੀ ਦੀ ਜਾਂਚ ਬੈਠ ਸਕਦੇ ਆ, ਸ਼ਾਮ ਨੂੰ ਬਹਿ ਜਾਓ, ਸੌਣ ਤੋਂ ਪਹਿਲਾਂ ਬਹਿ ਜਾਓ, ਤੁਹਾਡੇ ਤੇ ਡਿਪੈਂਡ ਕਰਦਾ। ਜਿੰਨਾ ਗੁੜ ਪਾਓਗੇ ਓਨਾ ਮਿੱਠਾ ਹੋਊਗਾ, ਪਰ ਕੁਝ ਪਾਉਣ ਲਈ ਕੁਝ ਖੋਣਾ ਪੈਣਾ। ਪਰਮਾਤਮਾ ਨੂੰ ਪਾਣਾ ਚਾਹੁੰਦੇ ਹੋ ਤਾਂ ਨੀਂਦ ਦਾ ਤਿਆਗ ਕਰਨਾ ਹੀ ਪੈਣਾ। ਠੀਕ ਹੈ ਨਾ, ਇਹ ਨੀਂਦ ਨੂੰ ਛੱਡਣਾ ਹੀ ਪੈਣਾ। ਠੀਕ ਹੈ, ਜੇ ਸਵੇਰੇ ਤੁਸੀਂ ਉੱਠਣਾ ਚਾਹੁੰਦੇ ਹੋ ਕਿ ਕਈਆਂ ਦੀ ਅੱਖ ਨਹੀਂ ਖੁੱਲਦੀ ਕਿ ਬਾਬੇ ਸਾਨੂੰ ਨੀਂਦ ਬਹੁਤ ਆਉਂਦੀ ਹੈ, ਤੁਸੀਂ ਰੋਟੀ ਰਾਤ ਦੀ ਘੱਟ ਖਾਓ, ਘੱਟ ਤੋਂ ਘੱਟ ਖਾਣਾ ਖਾਓ, ਫਕੀਰਾਂ ਵਾਲੀ ਰੋਟੀ ਖਾਓ ਰਾਤ ਨੂੰ। ਠੀਕ ਹੈ, ਤੁਹਾਨੂੰ ਨੀਂਦ ਐਂ ਟਾਈਮ ਤੇ ਆ ਗਈ। ਪ੍ਰਭੂ ਅੱਗੇ ਬੇਨਤੀਆਂ ਕਰਕੇ ਦੇਖੋ, ਗੁਰੂ ਦੇ ਅੱਗੇ ਬੇਨਤੀ ਕਰਕੇ ਦੇਖੋ ਕਿ ਪ੍ਰਭੂ ਮੈਂ ਸਿਮਰਨ ਤੇ ਬਹਿਣਾ, ਅੰਮ੍ਰਿਤ ਵੇਲੇ ਤੁਸੀਂ ਆਪ ਉਠਾਓ, ਮੈਨੂੰ ਉਠਾਏਗਾ ਉਹ। ਇੱਕ ਵਾਰ ਮਨ ਤੁਹਾਡੇ ਵਿਚਾਰ ਹੋਣਾ ਚਾਹੀਦਾ। ਠੀਕ ਹੈ ਨਾ, ਤੁਹਾਡੀ ਭਾਵਨਾ ਹੋਣੀ ਚਾਹੀਦੀ ਉੱਠਣ ਦੀ, ਤੁਹਾਨੂੰ ਪ੍ਰਮਾਤਮਾ ਜ਼ਰੂਰ ਉਠਾਏਗਾ, ਪਰ ਆ ਤੁਹਾਡੇ ਉੱਠਣ ਦੀ ਭਾਵਨਾ ਹੋਣੀ ਚਾਹੀਦੀ ਹੈ। ਠੀਕ ਨਹੀਂ, ਪਰਮਾਤਮਾ ਇੱਕੋ ਹੀ ਆ। ਜਿਸ ਵੀ ਉਸ ਭਾਵਨਾ ਅਸੀਂ ਯਾਦ ਕਰਾਂਗੇ, ਜਿਸ ਵੀ ਉਸੇ ਰੂਪ ਦੇ ਵਿੱਚ ਅਸੀਂ ਬੰਦਗੀ ਕਰਾਂਗੇ, ਜਿਸ ਵੀ ਰੂਪ ਦੇ ਵਿੱਚ ਉਹਦੀ ਭਗਤੀ ਕਰਾਂਗੇ, ਸਾਨੂੰ ਉਸੇ ਰੂਪ ਵਿੱਚ ਦਰਸ਼ਨ ਦੇਗਾ। ਚਾਹੇ ਉਹ ਨਾਨਕ ਬਣ ਕੇ ਆ ਗਿਆ, ਕਦੇ ਗੋਬਿੰਦ ਬਣ ਕੇ ਆ ਗਿਆ, ਚਾਹੇ ਰਾਮ ਬਣ ਗਿਆ, ਕ੍ਰਿਸ਼ਨ ਬਣ ਗਿਆ। ਜਿਸ ਵੀ ਭਾਵਨਾ ਨਾਲ ਅਸੀਂ ਹਨਾ, ਜਿਸ ਵੀ ਭਾਵਨਾ ਉਸ ਨੂੰ ਯਾਦ ਕਰਾਂਗੇ, ਉਹਨੇ ਉਸੇ ਰੂਪ ਵਿੱਚ ਸਾਨੂੰ ਦਰਸ਼ਨ ਦੇ ਦੇਣੇ। ਹੈ ਇੱਕੋ ਹੀ ਆ। ਠੀਕ ਹੈ ਨਾ, ਇਹ ਤਦ ਤੱਕ ਸਾਡੇ ਸਵਾਲ ਨਹੀਂ ਖਤਮ ਹੋਏ, ਜਦ ਤੱਕ ਅਸੀਂ ਅਭਿਆਸ ਨਹੀਂ ਕਰਦੇ।
ਜਦੋਂ ਅਸੀਂ ਅਭਿਆਸ ਕਰਾਂਗੇ, ਪ੍ਰੈਕਟੀਕਲ ਅਨੁਭਵ ਕਰਾਂਗੇ, ਤਾਂ ਹੀ ਤੁਹਾਡੇ ਸਵਾਲਾਂ ਦੇ ਸਾਡੇ ਜਵਾਬ ਮਿਲਣੇ ਆ, ਤਾਂ ਹੀ ਉਹ ਸਾਡੀ ਅਸਲੀ ਗੱਲ ਬਣਨੀ ਹੈ। ਠੀਕ ਹੈ, ਇਹ ਤੋਂ ਨੀਚੇ ਨੀਚੇ ਰਵਾਂਗੇ ਸਾਡੇ, ਹਨਾ, ਤਾਂ ਸਾਡੀ ਗੱਲ ਨਹੀਂ ਬਣੀ। ਇਹ ਤੋਂ ਉੱਪਰ ਉੱਠਣਾ ਪੈਣਾ, ਇੱਥੇ ਪਹੁੰਚਣਾ ਪੈਣਾ, ਤਾਂ ਉਹ ਗੱਲ ਬਣਨੀ ਹੈ। ਠੀਕ ਹੈ, ਔਰ ਮੇਰੀ ਆਪਦੇ ਚਰਨਾਂ 'ਚ ਇਹੀ ਬੇਨਤੀ ਆ ਕਿ ਉਸ ਨੂੰ ਪ੍ਰੇਮ ਕਰਨਾ ਸਿੱਖੋ। ਜਿਨ ਪ੍ਰੇਮ ਕੀ ਉਹ ਤਿੰਨੀ ਪ੍ਰਭ ਪਾਇਓ, ਬਸ ਉਹਨੂੰ ਪ੍ਰੇਮ ਕਰਨਾ ਸਿੱਖ ਲਓ। ਠੀਕ ਹੈ, ਨਿੰਦਿਆ ਚੁਗਲੀ ਛੱਡ ਦਿਓ, ਹਨਾ, ਮਾਸ ਖਾਣਾ ਛੱਡ ਦਿਓ, ਹਨਾ, ਨਿੰਦਿਆ ਚੁਗਲੀ ਕਰਨੀ ਛੱਡ ਦਿਓ, ਨਸ਼ੇ ਨਾ ਕਰੋ, ਨਸ਼ਿਆਂ ਦਾ ਤਿਆਗ ਕਰੋ, ਹਨਾ, ਔਰ ਸ਼ਰਾਬ ਨਹੀਂ ਕਿਸੇ ਨੇ ਪੀਣੀ, ਨਸ਼ਿਆਂ ਤੋਂ ਪਰਹੇਜ਼ ਕਰਨਾ। ਠੀਕ ਹੈ ਨਾ, ਆਪਣਾ ਸ਼੍ਰੀ ਹਰੀ ਦਾ ਮੰਦਿਰ ਆ, ਇਹਨੂੰ ਸਾਫ ਸੁਥਰਾ ਰੱਖੋ। ਠੀਕ ਹੈ, ਅਸੀਂ ਬਾਹਰ ਦੇਖੋ ਮੰਦਿਰਾਂ, ਮਸਜਿਦ, ਗੁਰਦੁਆਰਾ ਕਿੰਨਾ ਸੋਹਣਾ ਸੋਹਣਾ ਸਜਾ ਕੇ ਰੱਖਦੇ ਹਾਂ, ਪਰ ਜਿਹੜਾ ਅਸਲੀ ਹਰੀ ਦਾ ਮੰਦਿਰ ਆ, ਹੈਨਾ, ਇਸ ਨੂੰ ਅਸੀਂ ਗੰਦਾ ਕਰੀ ਯਾਰ, ਇਹਨੂੰ ਬਿਲਕੁਲ ਸਾਫ ਸੁਥਰਾ ਰੱਖੋ, ਸ਼ੁੱਧ ਖਾਣਾ ਖਾਓ, ਹੈਨਾ। ਆਪਣੇ ਆਪ ਨੂੰ ਤੁਸੀਂ ਬਦਲਣਾ, ਤੁਹਾਡੇ ਹੱਥ ਵਿੱਚ ਆ। ਤੁਸੀਂ ਇੱਕ ਕਦਮ ਪਟੋਗੇ, ਪ੍ਰਮਾਤਮਾ 2-4 ਕਦਮ ਪਟੂਗਾ। ਜਦ ਤੱਕ ਤੁਸੀਂ ਇੱਕ ਕਦਮ ਪੜਦੇ, ਤਦ ਤੱਕ ਉਹ ਵੀ ਨਹੀਂ ਕੁਛ ਕਰੂੰਗਾ। ਠੀਕ ਹੈ, ਅਸੀਂ ਲੋਕ ਕਹਿਣ ਲੱਗੇ ਕਰਨ ਕਰਾਵਰ ਆਪਰਾ, ਕਿ ਉਹ ਆਪ ਹੀ ਉਠਾਵੇ, ਆਪ ਹੀ ਸਭ ਕੁਝ। ਤੁਹਾਡੇ ਮਨ 'ਚ ਭਾਵਨਾ ਹੋਣੀ ਚਾਹੀਦੀ ਉੱਠਣ ਦੀ, ਫਿਰ ਉਹ ਉਠਾਊਂਗਾ। ਰੋਟੀ ਖਾਣ ਲੱਗੇ ਤਾਂ ਕਦੇ ਤੁਸੀਂ ਪੁੱਛਦੇ ਆ ਕਿ ਉਹ ਮੈਨੂੰ ਉਠਾਊਂਗਾ, ਰੋਟੀ ਖਾਊਂਗਾ ਤਾਂ ਮੈਂ ਖਾਊਂਗਾ? ਉਹ ਤਾਂ ਤੁਸੀਂ ਰੋਟੀ ਫਟਾਫਟ ਖਾ ਲੈਣੇ ਆ, ਬਰਗਰ ਪੀਜ਼ੇ ਫਟਾਫਟ ਖਾ ਲੈਣੇ, ਉਦੋਂ ਤੁਹਾਨੂੰ ਪਰਮਾਤਮਾ ਦੀ ਯਾਦ ਨਹੀਂ ਆਉਂਦੀ। ਉਦੋਂ ਤੁਸੀਂ ਆਪਣੇ ਆਪ ਕਰ ਲੈਣੇ, ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਤੁਸੀਂ ਆਪ ਕੰਮ ਕਰ ਲੈਣੇ ਆ। ਜੋ ਉੱਠਣ ਦੀ ਵਾਰੀ ਆਉਂਦੀ ਹੈ, ਸਿਮਰਨ ਦੀ ਵਾਰੀ, ਕਹਿੰਦੇ ਉਹ ਆਪ ਕਰਾਊਂਗਾ। ਐਦਾਂ ਨਹੀਂ ਹੁੰਦਾ। ਤੁਸੀਂ ਇੱਕ ਕਦਮ ਪਟੋਗੇ ਤਾਂ ਉਹਨੇ 2 ਕਦਮ ਪਟਣੇ ਆ, 2 ਕਦਮ ਪਟੋ 4 ਕਦਮ ਪਟੂਗਾ। ਠੀਕ ਹੈ ਨਾ, ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ। ਠੀਕ ਹੈ ਨਾ, ਫੇਰ ਤੁਹਾਡੀ ਗੱਲ ਬਣਨੀ ਆ। ਔਰ ਮੇਰੀ ਆਪਦੇ ਚਰਨਾਂ 'ਚ ਇਹੀ ਬੇਨਤੀ ਆ ਕਿ ਤੁਸੀਂ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ। ਆਪਣੇ ਤਾਂ ਹੀ ਤੁਹਾਡੇ ਸਵਾਲ ਖਤਮ ਹੋਣੇ ਆ। ਆਪਣਾ ਅਨੁਭਵ ਕਰਨਾ ਸਿੱਖੋ, ਪ੍ਰੈਕਟੀਕਲ ਕਰੋ। ਇਹ ਕਰਨੀ ਦਾ ਮਾਰਗ ਆ, ਕਰੋ ਬਸ। ਠੀਕ ਹੈ ਨਾ, ਰੋਜ਼ ਪੱਕਾ ਅਭਿਆਸ ਕਰਨਾ, ਰੋਜ਼ ਮਤਲਬ ਨਿਯਮ ਆਪਣਾ ਪੱਕਾ ਰੱਖਣਾ। ਠੀਕ ਹੈ ਨਾ, ਸਵੇਰੇ ਅੰਮ੍ਰਿਤ ਵੇਲੇ ਸੰਭਾਲਣ ਦੀ ਕੋਸ਼ਿਸ਼ ਕਰੋ, ਔਰ ਜਦੋਂ ਦਿਨੇ ਸਮਾਂ ਮਿਲਦਾ, ਦਿਨ ਵਿੱਚ ਸਮਾਂ ਮਿਲਦਾ, ਬੈਠ ਜਾਓ, ਉਦੋਂ ਹੀ ਬੈਠ ਜਾਓ। ਸ਼ਾਮ ਨੂੰ ਮਿਲਦਾ, ਸ਼ਾਮ ਨੂੰ ਵੀ ਬਹਿ ਜਾਓ, ਰਾਤ ਨੂੰ ਮਿਲਦਾ, ਰਾਤ ਨੂੰ। ਪਰ ਇੱਕ ਸਵੇਰ ਦਾ ਤੁਹਾਡਾ ਨਿਯਮ ਪੱਕਾ ਹੋਣਾ ਚਾਹੀਦਾ, ਜਿਸ ਤਰ੍ਹਾਂ ਬੱਚਿਆਂ ਦਾ ਇੱਕ ਸਕੂਲ ਦਾ ਨਿਯਮ ਦਾ ਪੱਕਾ ਹੁੰਦਾ। ਠੀਕ ਹੈ ਨਾ, ਇਸੇ ਤਰ੍ਹਾਂ ਆਪਾਂ ਵੀ ਇੱਕ ਭਗਤੀ ਦਾ ਸਿਮਰਨ ਕਰਨ ਦਾ ਸਵੇਰ ਦਾ ਸਮਾਂ ਇੱਕ ਨਿਸ਼ਚਿਤ ਕਰਨਾ ਹੈ। ਠੀਕ ਹੈ ਨਾ, ਫਿਰ ਸਾਡੀ ਗੱਲ ਬਣੀ ਅਸਲੀ, ਉਹ ਆਨੰਦ ਤਾਂ ਹੀ ਉਹ ਮਿਲਣਾ। ਠੀਕ ਹੈ ਨਾ, ਤੁਸੀਂ ਪ੍ਰੈਕਟੀਕਲ ਇੱਕ ਨਿਯਮ ਅਨੁਸਾਰ ਵੀ ਭਗਤੀ ਕਰੋਗੇ, ਤੁਹਾਨੂੰ ਕੁਛ ਨਾ ਕੁਛ ਅਨੁਭਵ ਹੋਣਾ ਸ਼ੁਰੂ ਹੋ ਜਾਊਗਾ, ਕੁਛ ਨਾ ਕੁਛ ਮਹਿਸੂਸ ਹੋਣਾ ਸ਼ੁਰੂ ਹੋ ਜਾਊਗਾ ਕਿ ਮੇਰੇ ਆਲੇ ਦੁਆਲੇ ਕੋਈ ਚੱਕਰ ਬਣਦਾ ਪਿਆ। ਠੀਕ ਹੈ ਨਾ, ਕਰੋ। ਔਰ ਦਾਸ ਦੇ ਕੋਲ ਕੁਝ ਬੋਲਣ ਦੇ ਵਿੱਚ ਗਲਤੀ ਹੋ ਗਈ, ਤੇ ਦਾਸ ਨੂੰ ਮਾਫ ਕਰਨਾ, ਪਰ ਸੱਚ ਜੋ ਸੱਚ ਆ ਤੁਹਾਡੇ ਅੱਗੇ ਰੱਖ ਦਿੱਤਾ। ਇਹ ਮੇਰਾ ਅਨੁਭਵ ਵੀ ਕਹਿ ਸਕਦੇ ਆ, ਔਰ ਪ੍ਰੈਕਟੀਕਲ ਆ, ਜੋ ਵੀ ਆ ਤੁਹਾਡੇ ਨਾਲ ਸਾਂਝਾ ਕਰਦਾ, ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ ਕਿ ਤੁਹਾਨੂੰ ਕਿਤੇ ਨਾ ਕਿਤੇ ਤੁਹਾਡੀ ਗੱਲ ਬਣ ਜਾਵੇ। ਕਿਉਂ ਗੱਲਾਂ 'ਚ ਗੱਲ ਨਿਕਲ ਜਾਂਦੀ ਆ, ਔਰ ਗੱਲਾਂ ਵਿੱਚ ਹੀ ਗੱਲ ਬਣ ਜਾਂਦੀ ਆ। ਠੀਕ ਹੈ ਨਾ, ਕਈਆਂ ਦੇ ਮਨ ਦੇ ਸਵਾਲ ਹੁੰਦੇ, ਇਹ ਸਭ ਦੇ ਇੱਕੋ ਜਿਹੇ ਸਵਾਲ ਹੁੰਦੇ ਆ, ਅਲੱਗ-ਅਲੱਗ ਕਿਸੇ ਸਵਾਲ ਨਹੀਂ, ਸਭ ਦੇ ਇੱਕੋ ਜਿਹੇ ਸਵਾਲ ਹੁੰਦੇ ਆ। ਠੀਕ ਹੈ ਨਾ, ਬਸ ਇਹਨੂੰ ਤੁਹਾਨੂੰ ਸ਼ਾਇਦ ਮੇਰੇ ਇਹ ਵਿਚਾਰਾਂ ਦੇ ਵਿੱਚ ਤੁਹਾਨੂੰ ਉਸ ਸਵਾਲ ਦਾ ਜਵਾਬ ਮਿਲ ਗਿਆ ਹੋਵੇ। ਤੁਸੀਂ ਅਨੁਭਵ ਕਰਨ ਦੀ ਕੋਸ਼ਿਸ਼ ਕਰੋ, ਇਹਨਾਂ ਤੇ ਅਮਲ ਕਰੋ, ਵਿਚਾਰਾਂ ਤੇ, ਔਰ ਆਪਣਾ ਉਹਦਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰੋ। ਠੀਕ ਹੈ, ਊਚ ਨੀਚ ਖਤਮ ਕਰੋ। ਠੀਕ ਹੈ ਨਾ, ਉਹ ਇੱਕੋ ਹੀ ਆ, ਅਸੀਂ ਇੱਕੋ ਹੀ ਪਿਤਾ ਪਰਮੇਸ਼ਰ ਦੇ ਬੱਚੇ ਆ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਹੈ ਨਾ, ਇੱਕੋ ਹੀ ਪਿਤਾ ਪਰਮੇਸ਼ਰ ਬੱਚੇ ਆ ਅਸੀਂ। ਠੀਕ ਹੈ ਨਾ, ਇਹ ਸਮਝਣ ਦੀ ਕੋਸ਼ਿਸ਼ ਕਰੋ। ਏਕ ਨੂਰ ਤੇ ਸਭ ਉਪਜਿਆ, ਕੌਣ ਭਲੇ ਕੋ ਮੰਦੇ, ਹੈ ਨਾ, ਅਸੀਂ ਕੋਈ ਪਿਤਾ ਪਰਮੇਸ਼ਰ ਦੇ ਬੱਚੇ ਆ। ਠੀਕ ਹੈ ਨਾ, ਇਸ ਇੱਕ ਦੀ ਆਪਾਂ ਖੋਜ ਕਰਨੀ ਆ, ਇੱਕ ਦੀ ਪਹਿਚਾਣ ਕਰਨੀ ਆ। ਉਹ ਤੱਕ ਹੋਊਗੀ ਜਦੋਂ ਅਸੀਂ ਇੱਕ ਹੋ ਜਾਾਂਗੇ, ਸਾਡੇ ਦੋਨੋਂ ਅੱਖਾਂ ਦੀ ਇੱਕ ਹੋ ਜਾਊਗੀ। ਠੀਕ ਹੈ, ਸਾਨੂੰ ਕਿਸੇ ਦਾ ਫਰਕ ਨਹੀਂ ਕਰਨਾ ਆਪਾਂ। ਠੀਕ ਹੈ ਨਾ, ਸਭ ਉਹਦੀ ਖੇਡ ਆ, ਉਹਦੀ ਮਾਇਆ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹ ਸਮਝਾਂਗੇ ਤਾਂ ਜਦੋਂ ਅਸੀਂ ਅਭਿਆਸ ਕਰਾਂਗੇ, ਤਾਂ ਹੀ ਤੁਹਾਨੂੰ ਉਹ ਸਵਾਲਾਂ ਦੇ ਜਵਾਬ ਮਿਲਣੇ ਆ। ਠੀਕ ਹੈ ਨਾ, ਆਪਣੇ ਮਨ ਨਾਲ ਸਵਾਲ ਕਰੋ, ਬਿਲਕੁਲ ਖਾਲੀ ਹੋ ਜਾਓ। ਠੀਕ ਹੈ, ਫਿਰ ਤੁਹਾਡੀ ਗੱਲ ਬਣਨੀ ਆ। ਪ੍ਰੇਮ ਕਰਨਾ ਸਿੱਖੋ। ਠੀਕ ਹੈ ਨਾ, ਉਹ ਪ੍ਰਭੂ ਤੁਹਾਡੇ ਪ੍ਰੇਮ ਦਾ ਭੁੱਖਾ ਆ। ਠੀਕ ਹੈ, ਪਤਾ ਨਹੀਂ ਤੁਹਾਡੀ ਕਿਹੜੀ ਗੱਲ ਉਹਨੂੰ ਪਸੰਦ ਆ ਜਾਣੀ ਹੈ, ਕਿਹੜੀ ਗੱਲ ਉਹਦੀ ਤੁਹਾਨੂੰ ਮੋਹ ਲੈਣਾ ਉਹਨੂੰ, ਹੈ ਨਾ, ਤੇ ਤੁਹਾਡੀ ਗੱਲ ਬਣ ਜਾਣੀ। ਬਸ ਪ੍ਰੇਮ ਕਰਨਾ ਸਿੱਖ ਲਓ, ਹੋਰ ਕੁਝ ਕਰਨ ਦੀ ਲੋੜ ਨਹੀਂ ਹੈਗੀ। ਪ੍ਰੇਮ ਕਰ ਲਓ ਤਾਂ ਵੀ ਤੁਹਾਡੀ ਗੱਲ ਬਣ ਜਾਏਗੀ। ਠੀਕ ਹੈ, ਉਹ ਦਾਸ ਦੀ ਕੋਈ ਬੋਲਣ ਵਿੱਚ ਗਲਤੀ ਹੋਵੇ, ਦਾਸ ਨੂੰ ਮਾਫ ਕਰਨਾ ਜੀ। ਅੱਛੇ ਲੱਗੇ ਗੱਲਾਂ ਲੱਗੀਆਂ ਹੋਣ, ਅੱਛੇ ਵਿਚਾਰ ਲੱਗੇ ਹੋਣ, ਤਾਂ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਆ, ਆਪਣਾ ਜੀਵਨ ਉੱਦਾਂ ਬਣਾਉਣ ਦੀ ਕੋਸ਼ਿਸ਼ ਕਰਨੀ ਆ। ਠੀਕ ਹੈ ਨਾ, ਆਪੇ ਮਰੇ ਸੁਰਗ ਮਿਲਦਾ ਹੁੰਦਾ, ਤੇ ਭਗਤੀ ਆਪ ਹੀ ਕਰਨੀ ਪੈਣੀ ਤੁਹਾਨੂੰ। ਠੀਕ ਹੈ ਨਾ, ਠੀਕ ਹੈ ਨਾ, ਔਰ ਇਹਦਾ ਫਾਇਦਾ ਕਿਸੇ ਨੂੰ ਨਹੀਂ, ਤੁਹਾਨੂੰ ਹੀ ਫਾਇਦਾ, ਨਾ ਤੁਹਾਡੇ ਗੁਰੂ ਨੂੰ ਕੋਈ ਫਾਇਦਾ ਇਹਦਾ, ਹੈ ਨਾ, ਇਹਦਾ ਫਾਇਦਾ ਤੁਹਾਨੂੰ ਹੀ ਆ। ਠੀਕ ਹੈ, ਆਪਣੇ ਲਈ ਅਸੀਂ ਭਗਤੀ ਕਰਨੀ ਆ, ਕਰੋ ਬਸ। ਠੀਕ ਹੈ, ਰੋਜ਼ ਕਰਨਾ। ਔਰ ਜੈ ਲਖ ਦਾਤਾ ਪੀਰ ਦੀ, ਮੌਜ ਫਕੀਰ ਦੀ।